ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ। ਪ੍ਰੋਗਰਾਮ ਖਬਰ ਪੜਤਾਲ ਵਿੱਚ ਸਾਰਿਆਂ ਦਾ ਸਵਾਗਤ ਹੈ। ਖਾਸ ਖਬਰਾਂ ਲੈ ਕੇ ਅਸੀਂ ਹਾਜ਼ਰ ਹਾਂ, ਜਿਨ੍ਹਾਂ ਪਰ ਚਰਚਾ ਕਰਨੀ ਹੈ ਤੇ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਔਰ ਦੁਨੀਆ ਭਰ ਦੇ ਭਾਰਤੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਿਲकुल। ਤੇ ਖਬਰਾਂ ਦੀ ਗੱਲ ਕਰੀਏ ਤਾਂ ਕੀ ਵਿਜੇ ਸਿੰਗਲਾ ਕਾਂਡ ਦੇ ਤੁਰੰਤ ਬਾਅਦ ਅਗਰ ਸੰਗਰੂਰ ਜ਼ਿਮਨੀ ਚੋਣਾਂ ਦੀ ਤਰੀਕ ਆ ਜਾਂਦੀ ਹੈ 23 ਜੂਨ, ਇਸ ਦਾ ਕੀ ਅਸਰ ਦਿਖੇਗਾ, ਇਹ ਕੀ ਸਮੀਕਰਨ ਬਣਦੇ ਦਿਖਦੇ ਨੇ, ਇਹਨਾਂ ਉੱਪਰ ਚਰਚਾ ਕਰਾਂਗੇ। ਨਾਲ ਦੀ ਨਾਲ ਅਸੀਂ ਸਾਰੇ ਜਾਣਦੇ ਹਾਂ ਕਿ ਵਿਜੇ ਸਿੰਗਲਾ ਨੂੰ ਕੈਬਨਿਟ ਚੋਂ ਬਾਹਰ ਕੱਢਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਹੁਣ ਜੋ ਹੈ ਬਾਹਰ ਆਂਦੇ ਦਿਖ ਰਹੇ ਨੇ। ਉਹਨਾਂ ਨੇ ਭਗਵੰਤ ਮਾਨ ਦੀ ਇਸ ਕਾਰਵਾਈ ਤੇ ਜਿੱਥੇ ਖੁਸ਼ੀ ਪ੍ਰਗਟਾਈ ਹੈ, ਨਾਲ ਦੀ ਨਾਲ ਉਹਨਾਂ ਨੇ ਅੱਗੋਂ ਹੁਣ ਕਹਿ ਦਿੱਤਾ ਹੈ ਕਿ ਉਹ ਵੀ ਹੁਣ ਆਪਣੀ ਸਰਕਾਰ ਵੇਲੇ ਦੇ ਭ੍ਰਿਸ਼ਟ ਵਿਧਾਇਕ ਅਤੇ ਮੰਤਰੀਆਂ ਦੇ ਜੋ ਨਾਮ ਦੱਸਣ ਨੂੰ ਤਿਆਰ ਨੇ। ਇਸ ਦੇ ਪਿੱਛੇ ਪੂਰਾ ਰਾਜ਼ ਵੀ ਖੋਲਾਂਗੇ, ਕੀ ਆਖਿਰ ਇਹ ਰਾਜ਼ ਹੈ, ਕਿਉਂ ਹੁਣ ਕੈਪਟਨ ਅਮਰਿੰਦਰ ਸਿੰਘ ਇੱਕਦਮ ਜੋ ਹੈ ਰਾਜ਼ ਖੋਲਣ ਲਈ ਤਿਆਰ ਹੋ ਗਏ ਨੇ। ਨਾਲ ਦੀ ਨਾਲ ਪਰਨੀਤ ਕੌਰ ਵੀ ਜੋ ਹੈ ਐਕਟਿਵ ਹੁੰਦੇ ਨਜ਼ਰ ਆ ਰਹੇ ਨੇ। ਇੱਕ ਰਾਜਾ ਵੜਿੰਗ ਦਾ ਪਹਿਲਾ ਬਿਆਨ ਸੀ, ਉਸ ਬਿਆਨ ਦੇ ਉੱਪਰ ਚੈਲੰਜ ਕਰਦੇ ਨਜ਼ਰ ਆ ਰਹੇ ਨੇ ਤੇ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਕਿ ਰਾਜਾ ਵੜਿੰਗ ਕੋਈ ਨਹੀਂ ਹੁੰਦੇ ਕੁਝ ਕਹਿਣ ਵਾਲੇ, ਪਾਰਟੀ ਹਾਈ ਕਮਾਂਡ ਦਾ ਹਰੇਕ ਫੈਸਲਾ ਹੁੰਦਾ। ਕੀ ਉਹ ਬਿਆਨ ਸੀ ਤੇ ਪਰਨੀਤ ਕੌਰ ਨੇ ਕਿਸ ਗੱਲ ਤੇ ਚੈਲੰਜ ਕੀਤਾ, ਉਸ ਉੱਪਰ ਚਰਚਾ ਵੀ ਜ਼ਰੂਰ ਕਰਾਂਗੇ। ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਬੜੀ ਵਧੀਆ ਗੱਲ ਕਰ ਦਿੱਤੀ ਹੈ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਚਾਹੀਦੀ ਹੈ ਤਾਂ ਪੰਜਾਬੀ ਵਿੱਚ ਹੀ ਪ੍ਰੀਖਿਆ ਹੋਵੇਗੀ ਤੇ ਪ੍ਰੀਖਿਆਰਥੀ ਦੇ ਜੋ ਹੈ ਪੰਜਾਬੀ ਦੇ ਵਿੱਚ 50% ਨੰਬਰ ਹੋਣੇ ਲਾਜ਼ਮੀ ਹੋਣਗੇ। ਡੱਲਾ ਜੀ, ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ, ਬਹੁਤ ਵੱਡੀ ਗੱਲ ਹੈ ਕਿ 23 ਜੂਨ ਜੋ ਹੈ ਅਨਾਉਂਸ ਕਰ ਦਿੱਤੀ ਗਈ ਹੈ। ਅਸੀਂ ਗੱਲ ਕਰੀਏ ਤਾਂ 6 ਦਿਨ ਮਈ ਦੇ ਰਹਿ ਗਏ ਨੇ, ਉਸ ਤੋਂ ਬਾਅਦ 23 ਦਿਨ ਅਸੀਂ ਜੂਨ ਦੀ ਗੱਲ ਕਰੀਏ ਤਾਂ 29 ਦਿਨ ਹੋ ਗਏ ਨੇ ਟੋਟਲ ਰਹਿ ਗਏ ਨੇ। ਤੇ ਸਿਆਸੀ ਸਮੀਕਰਨ ਕਿਵੇਂ ਬਣਦੇ ਦਿਖ ਰਹੇ ਨੇ ਔਰ ਕਿਹੜੀ ਪਾਰਟੀ ਨੂੰ ਕਿੰਨੇ ਕੁ ਥਾਂ ਤੇ ਤੁਸੀਂ ਵੇਖਦੇ ਹੋ, ਕਿੰਨਾ ਕੁ ਰੁਤਬਾ ਹੈ, ਕਿੰਨੀ ਕੁ ਤਾਕਤ ਵਿੱਚ ਕਿਹੜੀ ਪਾਰਟੀ ਦਿਖ ਰਹੀ ਹੈ ਸੰਗਰੂਰ ਜ਼ਿਮਨੀ ਚੋਣ? ਬਿਲਕੁਲ ਹਰਜੋਤ ਜੀ, ਭਾਰਤੀ ਚੋਣ ਕਮਿਸ਼ਨ ਨੇ ਜਿਹੜੇ ਵੇਰਵੇ ਜਾਰੀ ਕੀਤੇ ਨੇ ਉਹਦੇ ਮੁਤਾਬਕ 3 ਲੋਕ ਸਭਾ ਦੀਆਂ ਤੇ 7 ਵਿਧਾਨ ਸਭਾ ਦੀਆਂ ਸੀਟਾਂ ਨੇ 23 ਜੂਨ ਨੂੰ ਜਿੱਥੇ ਵੋਟਾਂ ਪੈਣੀਆਂ ਨੇ। ਔਰ ਅਸੀਂ ਜੇ ਪੰਜਾਬ ਦੀ ਗੱਲ ਕਰੀਏ, ਹਾਲਾਂਕਿ ਤ੍ਰਿਪੁਰਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਕਈ ਜਗ੍ਹਾ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਵੋਟਾਂ ਪੈਣੀਆਂ, ਪਰ ਜੇ ਅਸੀਂ ਪੰਜਾਬ ਦੀ ਗੱਲ ਕਰੀਏ 23 ਜੂਨ ਨੂੰ ਸੰਗਰੂਰ ਦੇ ਵਿੱਚ ਭਗਵੰਤ ਮਾਨ ਦੀ ਖਾਲੀ ਹੋਈ ਸੀਟ ਦੇ ਉੱਪਰ ਵੋਟਾਂ ਪੈਣੀਆਂ ਨੇ। 14 ਮਾਰਚ ਨੂੰ ਭਗਵੰਤ ਮਾਨ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਜਦੋਂ ਉਹ ਵਿਧਾਇਕ ਬਣ ਚੁੱਕੇ ਸੀ ਔਰ ਉਹਨਾਂ ਨੇ ਮੁੱਖ ਮੰਤਰੀ ਦੀ ਸਹੁੰ ਚੁੱਕਣੀ ਸੀ। ਹੁਣ ਦਿਨ ਰਹਿ ਗਏ ਨੇ 29, ਜਿਵੇਂ ਤੁਸੀਂ ਦੱਸਿਆ, ਔਰ 29 ਦਿਨ ਕਿਸੇ ਨੂੰ ਇਹ ਆਸ ਨਹੀਂ ਸੀ ਕਿ ਇੰਨੀ ਜਲਦੀ ਵੋਟਾਂ ਪੈ ਜਾਣਗੀਆਂ। ਸਭ ਨੂੰ ਲੱਗਦਾ ਸੀ ਕਿ ਅਗਸਤ ਤੱਕ ਵੀ 2 ਮਹੀਨੇ ਦਾ ਕਰੀਬ ਸਮਾਂ ਸਾਡੇ ਕੋਲੇ ਮਿਲੇਗਾ। ਪਰ ਚੋਣ ਕਮਿਸ਼ਨ ਦਾ ਪ੍ਰੋਗਰਾਮ ਆਉਣ ਤੋਂ ਬਾਅਦ ਇੱਕ ਨਵੀਂ ਪੋਲੀਟੀਕਲ ਕਾਹਲੀ ਮਚ ਗਈ ਹੈ, ਕਿਉਂਕਿ ਸਥਿਤੀਆਂ ਇਹ ਨੇ, ਅਕਾਲੀ ਦਲ ਵੀ ਮੈਨੂੰ ਓਨਾ ਜ਼ਿਆਦਾ ਤਿਆਰ ਨਹੀਂ ਦਿਖ ਰਿਹਾ, ਮੈਨੂੰ ਕਾਂਗਰਸ ਵੀ ਓਨੀ ਜ਼ਿਆਦਾ ਤਿਆਰ ਨਹੀਂ ਦਿਖ ਰਹੀ, ਮੈਨੂੰ ਬਹੁਜਨ ਸਮਾਜ ਪਾਰਟੀ ਜਾਂ ਹੋਰ ਧਿਰਾਂ, ਕਮਿਊਨਿਸਟ ਪਾਰਟੀ, ਲੈਫਟ ਪਾਰਟੀਆਂ ਵੀ ਓਨੀਆਂ ਸਰਗਰਮ ਨਹੀਂ ਦਿਖ ਰਹੀਆਂ। ਹੋ ਸਕਦਾ ਉਹ ਸਰਗਰਮ ਹੋਣ, ਮੈਂ ਆਪਣੀ ਜਾਣਕਾਰੀ ਮੁਤਾਬਕ ਗੱਲ ਕਰ ਰਿਹਾ, ਹੋ ਸਕਦਾ ਉਹ ਸਰਗਰਮ ਹੋਣ ਬਹੁਤ ਜ਼ਿਆਦਾ। ਬੀਜੇਪੀ ਸਰਗਰਮ ਨਜ਼ਰ ਆਉਂਦੀ ਹੈ। ਬੀਜੇਪੀ ਦੀਆਂ ਮੀਟਿੰਗਾਂ ਪਿਛਲੇ ਦਿਨਾਂ ਦੇ ਵਿੱਚ ਖੂਬ ਹੋਈਆਂ, ਮੀਡੀਆ ਦੇ ਵਿੱਚ ਆਈਆਂ, ਔਰ ਬਹੁਤ ਸਰਗਰਮ ਮੈਨੂੰ ਦਿਖ ਰਹੀ ਹੈ ਉੱਥੇ ਆਮ ਆਦਮੀ ਪਾਰਟੀ। ਕੁਝ ਦਿਨ ਪਹਿਲਾਂ ਸਾਈਕਲ ਰੈਲੀ ਵੀ ਕੱਢ ਕੇ ਆਏ ਨੇ ਨਸ਼ਿਆਂ ਦੇ ਖਿਲਾਫ ਭਗਵੰਤ ਮਾਨ, ਜਿੱਥੇ ਬੜਾ ਚਰਚਿਤ ਰਿਹਾ ਉੱਥੋਂ ਦੇ ਐਸਐਸਪੀ ਦਾ ਉਹ ਭਾਸ਼ਣ ਵੀ। ਹਾਲਾਂਕਿ ਮੈਂ ਉਹਦੇ ਤੇ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਪ੍ਰਗਟ ਕਰਦਾ। ਜਦੋਂ ਕੋਈ ਪੁਲਿਸ ਆਫਿਸਰ ਪੁਲਿਸ ਦੀ ਵਰਦੀ ਦੇ ਵਿੱਚ ਨਹੀਂ ਹੈ ਤੇ ਅਗਰ ਉਹ ਕੋਈ ਪ੍ਰੇਰਿਤ ਕਰਨ ਵਾਲੇ ਸਮਾਗਮ ਦੇ ਵਿੱਚ ਹੈ, ਉੱਥੇ ਨਸ਼ਿਆਂ ਦੇ ਖਿਲਾਫ ਜਿਹੜੀ ਕੰਪੇਨ ਸੀ, ਉਹਨਾਂ ਨੇ ਪੁਲਿਸ ਦੀ ਵਰਦੀ ਨਹੀਂ, ਸਪੋਰਟਸ ਦੀ ਕਿੱਟ ਪਾਈ ਹੋਈ ਸੀ। ਸੋ ਅਜਿਹੇ ਮੌਕੇ ਦੇ ਉੱਤੇ ਅਗਰ ਕੋਈ ਪੁਲਿਸ ਦਾ ਅਫਸਰ ਨਾਅਰੇ ਮਾਰਦਾ ਤੇ ਉਹਦੇ ਤੇ ਮੈਨੂੰ ਲੱਗਦਾ ਕੋਈ ਇਤਰਾਜ਼ ਨਹੀਂ ਹੁੰਦਾ। ਨਾਅਰੇ ਹਮੇਸ਼ਾ ਜੋਸ਼ ਭਰਦੇ ਨੇ ਔਰ ਬੜੇ ਸਿਆਣੇ ਉਹ ਅਫਸਰ ਰਹੇ ਨੇ ਜਿਹੜੇ ਐਸਐਸਪੀ ਮਨਦੀਪ ਸਿੰਘ ਨੇ, ਜਿਹੜੇ ਸੰਗਰੂਰ ਦੇ, ਕਿਸੇ ਵੇਲੇ ਲੁਧਿਆਣਾ ਦੇ ਵਿੱਚ ਵੀ ਉਹ ਐਸਪੀ ਦੇ ਤੌਰ ਤੇ ਉਹਨਾਂ ਦੀ ਕਾਰਗੁਜ਼ਾਰੀ ਮੈਂ ਦੇਖੀ ਹੈ। ਸੋ ਬੜੇ ਚੰਗੇ ਪਰਫਾਰਮੈਂਸ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਦਿੱਤੇ ਨੇ। ਪਰ ਮੈਂ ਵਿਸ਼ੇ ਤੇ ਵਾਪਸ ਮੁੜਦਾ। ਹੁਣ 23 ਜੂਨ ਨੂੰ ਵੋਟਾਂ ਨੇ, ਦਿਨ ਰਹਿ ਗਏ ਨੇ 29। ਆਮ ਆਦਮੀ ਪਾਰਟੀ ਵੀ ਇਸ ਵਕਤ ਦੁਚਿੱਤੀ ਦੇ ਵਿੱਚ ਹੈ ਕਿ ਅਸੀਂ ਉਮੀਦਵਾਰ ਕਿਸ ਨੂੰ ਬਣਾਈਏ। ਬੀਜੇਪੀ ਵੀ ਸੋਚ ਰਹੀ ਹੈ ਉਮੀਦਵਾਰ ਕਿਸ ਨੂੰ ਬਣਾਈਏ। ਨਵੇਂ ਸੁਨੀਲ ਜਾਖੜ ਸਾਹਿਬ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ। ਨਵਜੋਤ ਸਿੰਘ ਸਿੱਧੂ ਇਸ ਪੋਲੀਟੀਕਲ ਸੀਨ ਦੇ ਵਿੱਚੋਂ ਬਾਹਰ ਨੇ ਕਿਉਂਕਿ ਉਹ ਜੇਲ੍ਹ ਦੇ ਵਿੱਚ ਨੇ। ਅਗਰ ਉਹ ਜੇਲ੍ਹ ਦੇ ਵਿੱਚ ਨਾ ਜਾਂਦੇ ਤੇ ਉਹ ਪੂਰੇ ਸਰਗਰਮ ਹੋਣੇ ਸੀ। ਉਦੋਂ ਸਥਿਤੀਆਂ ਬਦਲ ਵੀ ਸਕਦੀਆਂ ਸੀ ਨਵਜੋਤ ਸਿੰਘ ਸਿੱਧੂ ਦੇ ਪ੍ਰਚਾਰ ਦੇ ਨਾਲ। ਪਰ ਹੁਣ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕਰਤਾ
2-3 ਦਿਨ ਪਹਿਲਾਂ ਕਿ ਮੈਂ ਇਹ ਚੋਣ ਲੜਾਂਗਾ। ਸੋ ਅੱਜ ਜਿਹੜੀਆਂ ਸਥਿਤੀਆਂ ਨੇ ਹਰਜੋਤ ਜੀ, ਜੇ ਤੁਸੀਂ ਮੇਰੇ ਤੋਂ ਪੁੱਛੋ ਕਿ ਮੈਂ ਕਿਵੇਂ ਵੇਖ ਰਿਹਾ ਸਥਿਤੀਆਂ ਨੂੰ, ਅੱਜ ਮੈਂ ਇਹ ਮੰਨਦਾ ਕਿ ਮੁਕਾਬਲਾ ਜਿਹੜਾ ਮੈਨੂੰ ਲੱਗ ਰਿਹਾ ਉਹਦੇ ਚ 3 ਪਾਰਟੀਆਂ ਪ੍ਰਮੁੱਖ ਰੂਪ ਦੇ ਵਿੱਚ ਅੱਗੇ ਨੇ। ਹਾਲਾਂਕਿ ਮੁਕਾਬਲਾ ਤਾਂ ਕਈ ਪਾਸੜ ਹੋਣਾ, ਪਰ 3 ਪਾਰਟੀਆਂ ਮੁੱਖ ਰੂਪ ਦੇ ਵਿੱਚ ਅੱਗੇ ਨੇ। ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਹੈ ਔਰ ਸਿਮਰਨਜੀਤ ਸਿੰਘ ਮਾਨ ਨੇ। ਹੁਣ ਸਵਾਲ ਇੱਥੇ ਬਹੁਤ ਵੱਡਾ ਹੈ। ਪਿਛਲੇ ਦਿਨਾਂ 'ਚ ਵੀ ਮੈਂ ਗੱਲ ਕੀਤੀ ਸੀ ਹਰਜੋਤ ਜੀ ਕਿ ਆਮ ਆਦਮੀ ਪਾਰਟੀ ਕਿਸ ਨੂੰ ਉਮੀਦਵਾਰ ਬਣਾਏਗੀ, ਇਹਦੇ ਉੱਪਰ ਨਿਰਭਰ ਕਰਦਾ ਹੈ। ਚਰਚਾਵਾਂ ਭਗਵੰਤ ਮਾਨ ਦੇ ਛੋਟੇ ਭੈਣ ਦੀਆਂ ਵੀ ਨੇ, ਮਨਪ੍ਰੀਤ ਕੌਰ ਜੀ, ਉਹਨਾਂ ਬਾਰੇ ਚਰਚਾਵਾਂ ਨੇ। ਹੁਣ ਦਿਨ 29 ਰਹਿ ਗਏ ਨੇ। ਅਗਰ ਆਮ ਆਦਮੀ ਪਾਰਟੀ ਕਿਸੇ ਹੋਰ ਉਮੀਦਵਾਰ ਨੂੰ ਲੈ ਕੇ ਆਉਂਦੀ ਹੈ, ਉਹ ਕਿਹੜਾ ਉਮੀਦਵਾਰ ਹੋਏਗਾ? ਕਿ ਵਲੰਟੀਅਰ ਹੋਏਗਾ, ਕੋਈ ਸਿਟਿੰਗ MLA ਨੂੰ ਚੋਣ ਲੜਾਏਗੀ? 9 ਹਲਕੇ ਪੈਂਦੇ ਨੇ ਹਰਜੋਤ ਜੀ। ਜਿਹੜਾ ਵਿਧਾਨ ਸਭਾ ਹਲਕਾ, ਜਿਹੜਾ ਲੋਕ ਸਭਾ ਹਲਕਾ ਸੰਗਰੂਰ ਹੈ, ਇਹਦੇ ਵਿੱਚ ਵਿਧਾਨ ਸਭਾ ਦੇ 9 ਹਲਕੇ ਨੇ ਜਿਹੜੇ ਉਹ ਪੈਂਦੇ ਨੇ। ਤੇ ਜੇ ਮੈਂ ਸਾਰਿਆਂ ਦੇ ਨਾਮ ਵੀ ਇੱਕ ਵਾਰੀ ਲਵਾਂ ਜੀ, ਅਸੀਂ ਬੜੀ ਆਸਾਨੀ ਨਾਲ ਸਮਝ ਸਕਦੇ ਹਾਂ। ਇਹਦੇ ਵਿੱਚ ਲਹਿਰਾ ਗਾਗਾ ਹੈ, ਦਿੜਬਾ ਲਹਿਰਾ ਗਾਗਾ ਤੋਂ ਬਰਿੰਦਰ ਕੁਮਾਰ ਗੋਇਲ ਨੇ MLA, ਦਿੜਬਾ ਤੋਂ ਹਰਪਾਲ ਚੀਮਾ ਨੇ, ਸੁਨਾਮ ਤੋਂ ਅਮਨ ਅਰੋੜਾ ਨੇ, ਸਾਨੂੰ ਪਤਾ ਹੈ। ਭਦੌੜ ਤੋਂ ਲਾਭ ਸਿੰਘ ਉਗੋਕੇ ਨੇ, ਜਿਹੜੇ ਬੜੇ ਨੌਜਵਾਨ ਨੇ, ਜਿਨ੍ਹਾਂ ਦੀ ਦੁਕਾਨ ਸੀ ਮੋਬਾਈਲਾਂ ਦੀ। ਔਰ ਬਰਨਾਲਾ ਤੋਂ ਮੀਤ ਹੇਅਰ ਬਣੇ ਨੇ ਦੂਸਰੀ ਵਾਰ। ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ ਨੇ, ਮਲੇਰਕੋਟਲਾ ਤੋਂ ਮੁਹੰਮਦ ਜਾਮਿਲ ਉਰ ਰਹਿਮਾਨ ਨੇ, ਇਹ ਵੀ ਸਾਨੂੰ ਪਤਾ ਹੈ। ਔਰ ਧੂਰੀ ਤੋਂ ਭਗਵੰਤ ਮਾਨ ਆਪ ਜਿੱਤੇ ਨੇ ਸੰਗਰੂਰ ਲੋਕ ਸਭਾ ਤੋਂ। ਔਰ ਸੰਗਰੂਰ ਤੋਂ ਨਰਿੰਦਰ ਕੌਰ ਪੈਰਾਜ ਨੇ, ਮੇਰਾ ਸ਼ਹਿਰ ਹੈ ਸੰਗਰੂਰ ਵੀ। ਸੋ ਹੁਣ ਸਵਾਲ ਇੱਥੇ ਇਹ ਹੈ ਕਿ ਇਹ ਸਾਰੇ 9 ਦੇ 9 ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਜੇਤੂ ਹੈ। ਸੋ ਇਸ ਕਰਕੇ ਕੀ ਭਗਵੰਤ ਮਾਨ ਉਹਨਾਂ ਦੇ ਜਿਹੜੇ ਛੋਟੇ ਭੈਣ ਨੇ, ਉਹਨਾਂ ਨੂੰ ਪਾਰਟੀ ਅੱਗੇ ਕਰਨਾ ਚਾਹੇਗੀ ਤਾਂ ਕਿ ਭਗਵੰਤ ਮਾਨ ਦੇ ਪਰਿਵਾਰ ਦੇ ਨਾਮ ਦੇ ਸਹਾਰੇ ਆਮ ਆਦਮੀ ਪਾਰਟੀ ਜਿੱਤੇ? ਦੇਖੋ, ਆਮ ਆਦਮੀ ਪਾਰਟੀ ਲਈ ਇਹ ਸੀਟ ਜਿੱਤਣੀ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕ ਸਭਾ 'ਚ ਆਮ ਆਦਮੀ ਪਾਰਟੀ ਇਸ ਵਕਤ ਕੋਈ ਉਮੀਦਵਾਰ ਨਹੀਂ ਹੈ। ਲੋਕ ਸਭਾ 'ਚ ਇੱਕੋ ਭਗਵੰਤ ਮਾਨ ਸੀ, ਉਹਨਾਂ ਦੇ MP, ਉਹਨਾਂ ਨੇ ਅਸਤੀਫਾ ਦਿੱਤਾ। ਹੁਣ ਲੋਕ ਸਭਾ 'ਚ ਆਮ ਆਦਮੀ ਪਾਰਟੀ ਦੀ ਨੁਮਾਇੰਦਗੀ 0 ਹੈ। ਅਗਰ ਕੋਈ ਹੋਰ ਉਮੀਦਵਾਰ ਆ ਜਾਂਦਾ, ਇਹ ਵੀ ਹੋ ਸਕਦਾ ਹੈ ਕਿ ਇਹਨਾਂ 9 ਉਮੀਦਵਾਰਾਂ ਦੇ ਵਿੱਚੋਂ ਕਿਸੇ ਨੂੰ ਉੱਥੇ ਉਤਾਰਿਆ ਜਾਵੇ। ਇਹਨਾਂ 9 ਵਿਧਾਇਕਾਂ 'ਚੋਂ ਵੀ ਕਿਸੇ ਨੂੰ ਉਤਾਰਿਆ ਜਾ ਸਕਦਾ ਹੈ। ਜਿੱਤਣ ਦੀ ਸੂਰਤ ਦੇ ਵਿੱਚ ਉਹ ਵਿਧਾਨ ਸਭਾ ਖਾਲੀ ਹੋ ਜਾਏਗੀ, ਉੱਥੇ ਕਿਸੇ ਹੋਰ ਨੂੰ ਲੜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭਗਵੰਤ ਮਾਨ ਉਹਨਾਂ ਦੇ ਅਗਰ ਪਰਿਵਾਰ 'ਚੋਂ ਹੀ ਟਿਕਟ ਦੇਣੀ ਹੈ ਤੇ ਉਹਨਾਂ ਦੇ ਜਿਹੜੇ ਭੈਣ ਨੇ, ਉਹਨਾਂ ਬਾਰੇ ਚਰਚਾ ਚੱਲ ਰਹੀ ਹੈ। ਨਾ ਉਹਨਾਂ ਨੇ ਹਾਮੀ ਭਰੀ ਹੈ, ਨਾ ਉਹਨਾਂ ਨੇ ਹਲੇ ਤੱਕ ਇਨਕਾਰ ਕੀਤਾ ਹੈ। ਉਹਨਾਂ ਨੇ ਗੋਲ-ਮੋਲ ਗੱਲ ਦਾ ਜਵਾਬ ਦਿੱਤਾ ਹੈ। ਹੁਣ ਸਵਾਲ ਨੇ ਜਿਹੜੇ, ਸਵਾਲ ਇੱਥੋਂ ਤੱਕ ਵੀ ਉੱਠਦੇ ਨੇ ਕਿ ਇੱਕ ਪੁਲਿਸ ਆਫੀਸਰ ਵੀ ਉੱਥੇ ਚੋਣ ਲੜ ਸਕਦੇ ਨੇ। ਉਹ ਕੌਣ ਹੋਣਗੇ ਇਹ ਭਵਿੱਖ ਦੱਸੂਗਾ। ਪਰ ਭਗਵੰਤ ਮਾਨ ਦਾ, ਕਿਉਂਕਿ ਲੋਕ ਸਭਾ ਹਲਕਾ 2 ਵਾਰੀ ਉਹ MP ਰਹੇ ਨੇ, ਸੋ ਭਗਵੰਤ ਮਾਨ ਦੀ ਬਹੁਤ ਕਰੜੀ ਪ੍ਰੀਖਿਆ ਇੱਥੇ ਹੋਣੀ ਹੈ। ਨੰਬਰ 1 ਇੱਥੇ ਮੈਂ ਇੱਕ ਹੋਰ ਗੱਲ ਕਹੂੰਗਾ, ਜਿਹੜਾ ਵਿਜੇ ਸਿੰਗਲਾ ਉਹਨਾਂ ਤੇ ਐਲੀਗੇਸ਼ਨ ਲੱਗਿਆ ਕਰਪਸ਼ਨ ਦਾ, ਹਲੇ ਉਹ ਕਰਪਟ ਸਾਬਤ ਨਹੀਂ ਹੋਏ। ਕਰਪਸ਼ਨ ਦਾ ਐਲੀਗੇਸ਼ਨ ਜਿਹੜਾ ਲੱਗਿਆ, ਉਹਦੇ ਨਾਲ ਹਾਲ ਦੀ ਘੜੀ ਆਮ ਆਦਮੀ ਪਾਰਟੀ ਦਾ, ਭਗਵੰਤ ਮਾਨ ਦਾ ਗ੍ਰਾਫ ਉੱਪਰ ਹੈ। ਪਰ 29 ਦਿਨਾਂ 'ਚ ਕੀ, ਜਿਵੇਂ ਬਿਆਨ ਦਿੱਤਾ ਹੈ ਵਿਜੇ ਸਿੰਗਲਾ ਉਹਨਾਂ ਨੇ ਕਿ ਮੈਨੂੰ ਬਦਨਾਮ ਕਰਨ ਦੀ, ਪਾਰਟੀ ਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਹੈ। ਸੋ ਉਹਨਾਂ ਦੇ ਬਿਆਨ ਦੇ ਬਹੁਤ ਮਾਇਨੇ ਨੇ। ਇਹ ਆਉਣ ਵਾਲੇ ਦਿਨਾਂ 'ਚ, ਕਿਉਂਕਿ ਉਹਨਾਂ ਨੇ ਹਜੇ ਉਹਨਾਂ ਨੂੰ ਫਿਰ ਪੇਸ਼ ਕੀਤਾ ਜਾਣਾ 3-4 ਦਿਨਾਂ ਤੱਕ। ਅਗਰ ਉਹਨਾਂ ਨੇ ਉਸ ਵੇਲੇ ਕੋਈ ਵੱਡਾ ਬਿਆਨ ਦਿੱਤਾ, ਇਸ ਪੂਰੇ ਮਾਮਲੇ ਦੇ ਵਿੱਚ ਅਗਰ ਕੋਈ ਮੋੜ ਆ ਗਿਆ, ਫਿਰ ਸਥਿਤੀਆਂ ਬਦਲ ਸਕਦੀਆਂ ਨੇ। ਦੂਸਰਾ, ਬਿਲਕੁਲ ਜੀ, ਬਿਲਕੁਲ ਮੈਂ ਇੱਥੇ ਬਿਲਕੁਲ ਇਸੇ ਮਾਮਲੇ ਨੂੰ ਲੈ ਕੇ ਗੱਲ ਕਰਨਾ ਚਾਹੂੰਗੀ, ਜਿੱਥੇ ਇੱਕ ਪਾਸੇ ਪਹਿਲਾਂ ਵਿਜੇ ਸਿੰਗਲਾ ਉੱਪਰ ਇਹ ਕਦਮ ਚੱਕਣ ਦੇ ਉੱਪਰ ਸਭ ਵੱਲੋਂ ਜੋ ਹੈ ਇੱਕ ਵਧੀਆ ਕਦਮ ਕਿਹਾ ਜਾ ਰਿਹਾ ਹੈ ਭਗਵੰਤ ਮਾਨ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਵੱਲੋਂ। ਪਰ ਨਾਲ ਦੀ ਨਾਲ ਸਵਾਲ ਹੁਣ ਇਹ ਵੀ ਖੜੇ ਕੀਤੇ ਜਾ ਰਹੇ ਨੇ ਕਿ ਆਖਿਰ ਉਹ ਸਬੂਤ ਜੋ ਹੈ ਜਨਤਕ ਕਿਉਂ ਨਹੀਂ ਕੀਤੇ ਜਾ ਰਹੇ? ਕਿਉਂ ਪੂਰਾ ਵਿਸਥਾਰ ਦੇ ਵਿੱਚ ਵੀ ਜਨਤਾ ਨੂੰ ਚੀਜ਼ਾਂ ਕਿਉਂ ਨਹੀਂ ਦਿਖਾਈਆਂ ਜਾ ਰਹੀਆਂ ਕਿ ਇੱਕ ਸਿਰਫ ਆਡੀਓ ਦੇ ਬੇਸ ਦੇ ਉੱਪਰ ਕਿਵੇਂ ਇੰਨੀ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ? ਦੇਖੋ, ਉਹ ਸਾਰੇ ਜਿਹੜੇ ਨੇ ਲੀਗਲ ਮਾਪਦੰਡ ਨੇ। ਦੇਖੋ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਸੁਖਪਾਲ ਖਹਿਰਾ ਨੇ ਵੀ ਇੱਕ ਬਿਆਨ ਦਿੱਤਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਉਹਨਾਂ ਨੂੰ ਵੱਖ ਕੀਤਾ ਗਿਆ ਸੀ ਪਾਰਟੀ ਤੋਂ, ਉਹਨਾਂ ਦੇ ਖਿਲਾਫ ਕਿਹਾ ਗਿਆ ਸੀ ਕਿ ਸਟਿੰਗ ਆਪਰੇਸ਼ਨ ਹੈ, ਪਰ ਉਹ ਦਿਖਾਇਆ ਨਹੀਂ ਗਿਆ।
ਇਹ ਦਿਖਾਇਆ ਸੁਖਪਾਲ ਨਹੀਂ। ਖਹਿਰਾ ਉਹਨਾਂ ਦਾ ਬਿਆਨ ਹੈ। ਪਰ ਜੀ। ਇਸ ਵਾਰ ਵੀ ਇਹ ਗੱਲ ਉੱਠ ਰਹੀ ਹੈ ਕਿ ਅਗਰ ਵਿਜੇ ਸਿੰਗਲਾ ਉਹਨਾਂ ਦੇ ਖਿਲਾਫ ਇਸ ਤਰੀਕੇ ਦਾ ਕੋਈ ਸਬੂਤ ਹੈ ਉਹਨੂੰ ਸਾਰਵਜਨਿਕ ਕੀਤਾ ਜਾਵੇ। ਮੈਨੂੰ ਇਹ ਜੀ ਲੱਗਦਾ ਹੈ ਜੀ ਕਿ ਇਹ ਕਾਨੂੰਨੀ ਪ੍ਰਕਿਰਿਆ ਹੈ। ਅਗਰ ਕੋਈ ਇਸ ਤਰੀਕੇ ਦਾ ਸਬੂਤ ਹੋਏਗਾ ਤੇ ਉਹ ਅਦਾਲਤੀ ਪ੍ਰਕਿਰਿਆ ਦੌਰਾਨ ਅਦਾਲਤ ਦੇ ਸਾਹਮਣੇ ਰੱਖਣਾ ਹੀ ਹੋਏਗਾ। ਹੋ ਸਕਦਾ ਹੈ ਕਿ ਪੁਲਿਸ ਨੇ ਉਹ ਜਿਹੜੀ ਰਿਕਾਰਡਿੰਗ ਹੈ ਉਹ ਪੁਲਿਸ ਨੂੰ ਚਲੀ ਗਈ ਹੋਵੇ, ਪੁਲਿਸ ਉਸ ਨੂੰ ਜਿਹੜੀਆਂ ਲੈਬਸ ਨੇ ਐਕਸਪਰਟਸ ਦੀਆਂ, ਫੋਰੈਂਸਿਕ ਐਕਸਪਰਟਸ ਦੀਆਂ, ਉਹਨਾਂ ਕੋਲੇ ਭੇਜੂਗੀ। ਕਿਸੇ ਤਰ੍ਹਾਂ ਦੀ ਐਡੀਟਿੰਗ ਤਾਂ ਨਹੀਂ ਹੈ, ਕਿਸੇ ਨੇ ਉਸ ਤਰ੍ਹਾਂ ਦੀ ਆਵਾਜ਼ ਕੱਢ ਕੇ ਤਾਂ ਨਹੀਂ ਬੋਲਿਆ। ਬੜੀ ਤਰ੍ਹਾਂ ਦੇ ਸਵਾਲ ਜਦੋਂ ਵੀ ਕੋਈ ਆਡੀਓ ਰਿਕਾਰਡਿੰਗ ਹੁੰਦੀ ਆ ਉਹਦੇ ਤੇ ਪੈਦਾ ਹੁੰਦੇ ਆ। ਫਿਰ ਉਹ ਕਿਸ ਸੰਦਰਭ 'ਚ ਗੱਲਬਾਤ ਕੀਤੀ ਗਈ, ਜੀ ਕੀ ਸਿੱਧੀ ਗੱਲ ਕੀਤੀ ਗਈ ਰਿਸ਼ਵਤ ਮੰਗਣ ਦੀ, ਜਾਂ ਉਹਦੇ ਪਿੱਛੇ ਕੋਈ ਹੋਰ ਸੰਦਰਭ ਸੀ? ਕਿ ਜਿਹੜੀ ਗੱਲ ਹੈ ਉਹ ਕਿਸੇ ਹੋਰ ਕੰਮ ਲਈ ਕੀਤੀ ਗਈ ਤੇ ਉਹਨੂੰ ਕਿਸੇ ਹੋਰ ਕੰਮ ਲਈ ਦੱਸਿਆ ਗਿਆ। ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਸਾਇੰਟੀਫਿਕ ਇਨਕੁਆਇਰੀ ਦੇ ਵਿੱਚ ਆਉਂਦੀਆਂ ਨੇ। ਬੜੀ ਸਾਇੰਟੀਫਿਕ ਇਨਕੁਆਇਰੀ ਅੱਜ ਕੱਲ੍ਹ ਹੁੰਦੀ ਹੈ। ਇੱਕ ਗੱਲ ਸਾਫ਼ ਹੈ, ਪੈਸੇ ਦਾ ਆਦਾਨ ਪ੍ਰਦਾਨ ਨਹੀਂ ਹੋਇਆ। ਇਹਦਾ ਮਤਲਬ ਹੈ ਕਿ ਇਹ ਪੂਰਾ ਮਾਮਲਾ ਹਜੇ ਸ਼ੁਰੂਆਤੀ ਸਟੇਜ ਦੇ ਵਿੱਚ ਸੀ। ਜਦੋਂ ਇਹ ਮਾਮਲਾ ਸ਼ੁਰੂਆਤੀ ਸਟੇਜ ਦੇ ਵਿੱਚ ਹੈ, ਇਹਦਾ ਜਿਹੜਾ ਅਸਰ ਹੈ, ਜਿਹੜਾ ਬੈਨੀਫਿਟ ਹੈ, ਬੈਨੀਫਿਟ ਆਫ ਡਾਊਟ ਦੋਵੇਂ ਧਿਰਾਂ ਨੂੰ ਮਿਲ ਸਕਦਾ ਹੈ। ਜਿਹੜਾ ਵਿਕਟਮ ਹੈ ਉਹਨੂੰ ਵੀ ਮਿਲ ਸਕਦਾ, ਜਿਨ੍ਹਾਂ ਨੂੰ ਅਕਿਊਜ਼ਡ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਬੈਨੀਫਿਟ ਆਫ ਡਾਊਟ ਮਿਲ ਸਕਦਾ ਹੈ। ਇਹ ਕੋਰਟ ਦੀ ਪ੍ਰਕਿਰਿਆ ਹੈ, ਇਹ ਕਾਨੂੰਨੀ ਕਾਰਵਾਈ ਹੈ। ਪਰ ਇਹ ਗੱਲ ਠੀਕ ਹੈ, ਇਹ ਸਵਾਲ ਵਿਰੋਧੀ ਧਿਰਾਂ ਵੀ ਕਰ ਰਹੀਆਂ ਨੇ ਕਿ ਅਗਰ ਕੋਈ ਸਬੂਤ ਹੈ ਤੇ ਉਹਨੂੰ ਸਾਰਵਜਨਿਕ ਕਰ ਦਿੱਤਾ ਜਾਂਦਾ ਤੇ ਜ਼ਿਆਦਾ ਚੰਗੀ ਗੱਲ ਸੀ। ਪਰ ਅਗਰ ਦੇਖੋ, ਅਗਰ ਕਿਸੇ ਜ਼ਿੰਮੇਦਾਰ ਅਫਸਰ ਨੇ, ਐਸਸੀ ਪੱਧਰ ਦੇ ਅਫਸਰ ਨੇ ਅਗਰ ਕੰਪਲੇਂਟ ਲਿਖਾਈ ਹੈ, ਉਹਦੇ ਵਿੱਚ ਕਿਹਾ ਕਿ ਉਹਨਾਂ ਕੋਲੇ ਸਬੂਤ ਹੈ, ਤੇ ਫਿਰ ਉਹਨਾਂ ਕੋਲੇ ਸਬੂਤ ਹੋਣਗੇ। ਕਿਉਂਕਿ ਨਹੀਂ ਤਾਂ ਕਹਿੰਦੇ ਨੇ ਉਲਟਾ ਵੀ ਕੰਮ ਕਈ ਵਾਰੀ ਪੈ ਜਾਂਦਾ ਅਗਰ ਝੂਠਾ ਹੋਵੇ ਮਾਮਲਾ। ਇਸ ਕਰਕੇ ਉਹਦੀ ਗੁੰਜਾਇਸ਼ ਜਿਹੜੀ ਹੈ ਉਹ ਅਦਾਲਤੀ ਪ੍ਰਕਿਰਿਆ ਜਦੋਂ ਸ਼ੁਰੂ ਹੋਏਗੀ ਫਿਰ ਪਤਾ ਲੱਗੂਗੀ ਕਿੰਨੀ ਕੁ ਹੈ, ਕਿੰਨੀ ਕੁ ਨਹੀਂ ਹੈ। ਪਰ ਜਿਹੜਾ ਤੁਹਾਡਾ ਸਵਾਲ ਹੈ ਇਹ ਠੀਕ ਹੈ। ਜੀ ਬਿਲਕੁਲ। ਸੋ ਵਾਕਈ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਹਾਲਾਂਕਿ ਸਾਰੇ ਤੱਥਾਂ ਦੀ ਜਾਂਚ ਤੋਂ ਬਾਅਦ ਹੀ ਅੱਗੋਂ ਦਾ ਪਤਾ ਚੱਲ ਸਕੇਗਾ ਕਿ ਕੀ ਇਸ ਦੇ ਵਿੱਚ ਸੱਚ ਹੈ। ਪਰ ਹਾਲ ਦੀ ਘੜੀ ਦੀ ਗੱਲ ਕਰੀਏ ਕਿ ਜਦੋਂ ਤੱਕ ਜਾਂਚ ਹੋ ਰਹੀ ਹੈ ਤੇ ਇਸ ਪੂਰੇ ਮਾਮਲੇ ਨੂੰ ਦੇਖਦੇ ਅਗਰ ਆਪਾਂ ਸੰਗਰੂਰ ਜ਼ਿਮਨੀ ਚੋਣ ਦੀ ਗੱਲ ਕਰੀਏ ਜੋ 23 ਜੂਨ ਨੂੰ ਹੋਣ ਜਾ ਰਹੀ ਹੈ, ਇਸ ਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਮਿਲਦਾ ਨਜ਼ਰ ਆਏਗਾ। ਇਹ ਤਾਂ ਅਸੀਂ ਕਹਿ ਸਕਦੇ ਹਾਂ। ਦੇਖੋ, ਹਰੇਕ ਦਾ ਆਪਣਾ ਓਪੀਨੀਅਨ ਹੈ, ਫਾਇਦਾ ਮਿਲਦਾ ਨਜ਼ਰ ਆ ਸਕਦਾ ਹੈ। ਦੂਸਰਾ, ਹੁਣ ਇੱਥੇ ਦੇਖਣਾ ਪਊਗਾ ਕਿਉਂਕਿ ਕੋਡ ਆਫ ਕੰਡਕਟ ਲੱਗ ਜਾਣਾ। ਜਦੋਂ ਚੋਣ ਜ਼ਾਬਤਾ ਲੱਗ ਗਿਆ ਉਦੋਂ ਸਰਕਾਰ ਨਵੀਂ ਅਨਾਉਂਸਮੈਂਟ ਨਹੀਂ ਕਰ ਸਕੇਗੀ, ਉਦੋਂ ਸਰਕਾਰ ਕੋਈ ਨਵਾਂ ਫੈਸਲਾ ਨਹੀਂ ਕਰ ਸਕੇਗੀ, ਸਰਕਾਰ ਕੋਈ ਨਵਾਂ ਵਾਅਦਾ ਐਲਾਨ ਕੰਮ ਨਹੀਂ ਕਰ ਸਕੇਗੀ। ਝੋਨੇ ਦੇ ਲੱਗਣ ਦਾ ਸੀਜ਼ਨ ਹੈ, ਦੇਖੋ ਝੋਨੇ ਦੇ ਲੱਗਣ ਦਾ ਸੀਜ਼ਨ ਆ ਜਾਣਾ ਹੈ। ਉਦੋਂ ਬਿਜਲੀ ਦੀ ਸਪਲਾਈ ਕਿਹੋ ਜਿਹੀ ਹੁੰਦੀ ਹੈ, ਕੀ ਨਿਰੰਤਰ ਬਿਜਲੀ ਮਿਲਦੀ ਹੈ? ਉਦੋਂ ਤੱਕ ਕੀ ਉਦੋਂ ਤੱਕ ਜਿਹੜਾ ਬਜਟ ਸੈਸ਼ਨ ਹੈ ਕੀ ਉਹ ਹੋ ਚੁੱਕਿਆ ਹੋਏਗਾ? ਕੀ 25-26 ਹਜ਼ਾਰ 35-36 ਹਜ਼ਾਰ ਜਿਹੜੇ ਕੱਚੇ ਮੁਲਾਜ਼ਮ ਸੀ ਕੀ ਪੱਕੇ ਹੋਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਵਿਧਾਨ ਸਭਾ ਸੈਸ਼ਨ? ਕੀ 26,000 ਨੌਕਰੀਆਂ ਦੀ ਭਰਤੀ 1 ਮਹੀਨੇ 'ਚ ਸ਼ੁਰੂ ਹੋ ਜਾਏਗੀ? ਦੇਖੋ, ਇਹ ਸਾਰੇ ਫੈਕਟਰ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਪ੍ਰਭਾਵ ਪਾਉਣਾ। ਔਰ ਸਭ ਤੋਂ ਵੱਡੀ ਗੱਲ, ਬਹੁਤ ਵੱਡੀ ਕਰੜੀ ਪ੍ਰੀਖਿਆ ਆਮ ਆਦਮੀ ਪਾਰਟੀ ਦੀ ਆਉਣ ਵਾਲੀ ਹੈ। ਤੁਸੀਂ ਦੇਖੋ ਹਰਜੋਤ ਜੀ, 31 ਤਰੀਕ ਤੱਕ ਨਾਮਜ਼ਦਗੀ ਦਾਖਲ ਹੋਣੀ ਹੈ 2 ਰਾਜ ਸਭਾ ਮੈਂਬਰਾਂ ਦੀ। ਰਾਜ ਸਭਾ ਮੈਂਬਰ ਕੌਣ ਬਣਦੇ ਨੇ? ਕੋਈ ਕਿਸਾਨ ਬਣਦਾ ਹੈ, ਕੋਈ NRI ਬਣਦਾ ਹੈ, ਆਮ ਆਦਮੀ ਪਾਰਟੀ ਤੋਂ ਬਣਦਾ ਹੈ, ਪੰਜਾਬ ਤੋਂ ਬਣਦਾ ਹੈ, ਕੀ ਭਗਤ ਸਿੰਘ ਦੇ ਪਰਿਵਾਰ ਚੋਂ ਕੋਈ ਬਣਦਾ ਹੈ? ਇਹ ਇੱਕ ਪੱਖ ਹੈ। ਫਿਰ ਦੂਜਾ ਪੱਖ, ਕੀ ਕੋਈ ਰਾਜ ਸਭਾ ਮੈਂਬਰ ਹਿਮਾਚਲ ਤੋਂ ਭੇਜਿਆ ਜਾਊ, ਗੁਜਰਾਤ ਤੋਂ ਭੇਜਿਆ ਜਾਊ, ਕਰਨਾਟਕਾ ਤੋਂ ਭੇਜਿਆ ਜਾਊ, ਦਿੱਲੀ ਤੋਂ ਭੇਜਿਆ ਜਾਊ, ਰਾਜਸਥਾਨ ਤੋਂ ਭੇਜਿਆ ਜਾਊ? ਇਹ ਵੀ ਸਵਾਲ ਨੇ। ਮਤਲਬ ਜਿਹੜਾ ਰਾਜ ਸਭਾ ਦਾ ਮੈਂਬਰ ਹੈ ਆਮ ਆਦਮੀ ਪਾਰਟੀ, ਕੀ ਹੁਣ 2 ਦੇ 2 ਪੰਜਾਬ ਚੋਂ ਬਣਾਊਗੀ ਜਾਂ ਪੰਜਾਬ ਤੋਂ ਬਾਹਰ ਬਣਾਊਗੀ? ਫਿਰ ਕੀ ਉਹ ਐਕਟਿਵ ਪੰਜਾਬੀ ਬਣਾਊਗੀ ਜਾਂ ਕੋਈ ਨੌਨ ਐਕਟਿਵ ਲੋਕਾਂ ਨੂੰ ਭੇਜਿਆ ਜਾਊਗਾ ਜਿਨ੍ਹਾਂ ਦਾ ਪੰਜਾਬ ਦੇ ਮੁੱਦਿਆਂ ਦੇ ਨਾਲ ਕੋਈ ਸਰਗਰਮ ਵਾਹ ਵਾਸਤਾ ਨਾ ਹੋਊਗਾ? ਸੋ ਇਹ ਬੜੇ ਸਵਾਲ ਨੇ। ਇਹਨਾਂ ਸਾਰਿਆਂ ਨੇ ਇਨਫਲੂਐਂਸ ਕਰਨਾ ਹੈ, ਪ੍ਰਭਾਵ ਪਾਉਣਾ ਹੈ 23 ਜੂਨ ਨੂੰ ਪੈਣ ਵਾਲੀਆਂ ਵੋਟਾਂ ਦਾ। ਔਰ ਅਗਰ ਆਮ ਆਦਮੀ ਪਾਰਟੀ ਇਹ ਚੋਣ ਜਿੱਤ ਗਈ ਤਾਂ ਲੋਕ ਸਭਾ 'ਚ ਖਾਤਾ ਖੁੱਲੂਗਾ। ਭਗਵੰਤ ਮਾਨ ਦੀ ਜਿਹੜੀ ਸਿਆਸੀ ਚੜ੍ਹਤ ਹੈ ਉਹ ਵੱਡੀ ਹੋਏਗੀ ਔਰ ਉਹਦੇ ਨਾਲੋਂ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਨੇ ਉਹਨਾਂ 'ਚ ਅੱਗੇ ਵਧਣਗੇ ਭਗਵੰਤ ਮਾਨ। ਅਗਰ ਅਜਿਹਾ ਨਹੀਂ ਹੁੰਦਾ, ਅਗਰ ਆਮ ਆਦਮੀ ਪਾਰਟੀ ਨਹੀਂ ਜਿੱਤ ਸਕੀ ਤੇ ਫਿਰ ਵਿਰੋਧੀ ਇਲਜ਼ਾਮ ਲਾਉਣਗੇ ਕਿ ਜਿਹੜੀਆਂ ਪਿਛਲੀਆਂ 92 ਸੀਟਾਂ ਸੀ ਉਹ ਤੁੱਕਾ ਸੀ।
ਉਹ ਦੂਜੀ ਸਰਕਾਰ ਦੀ ਵਿਰੋਧੀ ਲਹਿਰ ਦਾ ਨਤੀਜਾ ਸੀ। ਫਿਰ ਪੋਲੀਟੀਕਲ ਪਾਰਟੀਆਂ ਇਹ ਕਹਿਣਗੀਆਂ, ਪਰ ਬੜੀ ਦਿਲਚਸਪ ਸਥਿਤੀਆਂ ਨੇ। ਔਰ ਹਰਜੋਤ ਜੀ, ਮੈਂ ਇੱਕ ਅੰਕੜਾ ਵੀ ਜ਼ਰੂਰ ਦੱਸਦਾ ਤਾਂ ਕਿ ਸਾਡੇ ਸਾਰਿਆਂ ਦੀ ਜਾਣਕਾਰੀ 'ਚ ਇਹ ਗੱਲ ਦੁਬਾਰਾ ਆ ਜਾਏ ਸਾਡੇ ਧਿਆਨ 'ਚ। ਵੈਸੇ ਤਾਂ ਸਭ ਨੂੰ ਪਤਾ ਹੈ ਜੀ ਅੱਜ ਤੱਕ ਕਿਹੜੇ ਲੋਕ ਸਭਾ ਮੈਂਬਰ ਉੱਥੋਂ ਰਹੇ ਨੇ। ਜਿੱਥੋਂ ਤੱਕ ਮੇਰੇ ਕੋਲੇ ਜਾਣਕਾਰੀ ਹੈ, ਨੋਟ ਹੈ, ਕੋਈ 19-21 ਇਹਦੇ 'ਚ ਹੋ ਜੇ ਤਾਂ ਮੈਂ ਮਾਫੀ ਚਾਹੂੰਗਾ। ਸਰਦਾਰ ਰਣਜੀਤ ਸਿੰਘ ਜਿੱਤੇ ਸੀ 1952 'ਚ ਇੱਥੋਂ ਮੈਂਬਰ ਪਾਰਲੀਮੈਂਟ, ਉਹ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਸੀ। ਫਿਰ 1962 'ਚ ਸਰਦਾਰ ਰਣਜੀਤ ਸਿੰਘ ਜਿੱਤੇ ਸੀ, ਉਹ ਕਮਿਊਨਿਸਟ ਪਾਰਟੀ ਆਫ ਇੰਡੀਆ ਸੀ। ਉਸ ਤੋਂ ਬਾਅਦ ਫਿਰ ਨਿਰਲੇਪ ਕੌਰ ਆਏ, ਬੀਬੀ ਨਿਰਲੇਪ ਕੌਰ, ਜਿਹੜੇ ਕਿ ਅਕਾਲੀ ਦਲ ਸੰਤ ਫਤਿਹ ਸਿੰਘ, ਉਹ ਉਧਰੋਂ ਜਿੱਤੇ। ਉਸ ਤੋਂ ਬਾਅਦ ਫਿਰ ਇਹ ਸੀਟ ਕਮਿਊਨਿਸਟ ਪਾਰਟੀ ਆਫ ਇੰਡੀਆ ਕੋ ਚਲੀ ਗਈ, ਜਦੋਂ ਇਹ ਸੀਟ ਤੇਜਾ ਸਿੰਘ ਸੁਤੰਤਰ ਜਿੱਤੇ। ਸੋ ਉਹ ਵੀ ਵੱਡੇ ਆਗੂ ਸੀ। 1977 'ਚ ਮੇਰੇ ਜਨਮ ਦੇ ਨੇੜੇ ਤੇੜੇ ਉੱਥੋਂ ਜਿੱਤੇ ਸੁਰਜੀਤ ਸਿੰਘ ਬਰਨਾਲਾ। ਸੁਰਜੀਤ ਸਿੰਘ ਬਰਨਾਲਾ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਸੀ, ਉਹ ਜਿੱਤੇ। ਫਿਰ ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਜਿੱਤੇ। ਉਸ ਤੋਂ ਬਾਅਦ 1980 ਦੇ ਵਿੱਚ ਜਦੋਂ ਵੋਟਾਂ ਪਈਆਂ, ਉਹ ਵੀ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਜਿੱਤੇ। ਤੇ ਫਿਰ 1984 ਦੇ ਵਿੱਚ ਦੁਬਾਰਾ ਇੱਥੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸੀਟ ਜਿੱਤੀ, ਬਲਵੰਤ ਸਿੰਘ ਰਾਮੂਵਾਲੀਆ ਜਿੱਤੇ 1984 'ਚ। ਉਸ ਤੋਂ ਬਾਅਦ ਰਾਜਦੇਵ ਸਿੰਘ ਜਿੱਤੇ 1999 'ਚ। 84 ਤੋਂ ਬਾਅਦ 5 ਸਾਲਾਂ ਬਾਅਦ ਰਾਜਦੇਵ ਸਿੰਘ ਜਿੱਤੇ ਸ਼੍ਰੋਮਣੀ ਅਕਾਲੀ ਦਲ ਮਾਨ ਤੋਂ। ਉਹ ਸ਼੍ਰੋਮਣੀ ਅਕਾਲੀ ਦਲ ਮਾਨ ਤੋਂ ਜਿੱਤੇ 1999 'ਚ। 1991 'ਚ ਜਿੱਤੇ ਗੁਰਚਰਨ ਸਿੰਘ ਦੱਦਾਹੂਰ, ਉਹ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਜਿੱਤੇ ਸ਼੍ਰੋਮਣੀ ਅਕਾਲੀ ਦਲ। ਜੀ ਉਸ ਤੋਂ ਬਾਅਦ 1996 ਔਰ 1998 ਦੇ ਵਿੱਚ ਸੁਰਜੀਤ ਸਿੰਘ ਬਰਨਾਲਾ ਜਿੱਤੇ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਨੇ। ਔਰ 1999 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਇੱਥੋਂ ਦੁਬਾਰਾ ਜਿੱਤੇ। ਸਿਮਰਨਜੀਤ ਸਿੰਘ ਮਾਨ ਇੱਥੋਂ ਪਹਿਲੀ ਵਾਰ ਜਿੱਤੇ 1999 ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ। ਔਰ 2004 ਚ ਸੁਖਦੇਵ ਸਿੰਘ ਢੀਂਡਸਾ ਜਿੱਤੇ ਸ਼੍ਰੋਮਣੀ ਅਕਾਲੀ ਦਲ ਤੋਂ। 2009 ਇੰਦਰ ਸਿੰਗਲਾ ਇੱਥੋਂ ਜਿੱਤੇ ਇੰਡੀਅਨ ਨੈਸ਼ਨਲ ਕਾਂਗਰਸ ਤੇ। ਔਰ 2014 ਚ ਭਗਵੰਤ ਮਾਨ ਜਿੱਤੇ, 2019 ਚ ਵੀ ਭਗਵੰਤ ਮਾਨ ਜਿੱਤੇ। ਔਰ ਹੁਣ 2022 ਅਸੀਂ ਪਹੁੰਚ ਗਏ ਹਾਂ। ਹੁਣ ਵੇਖਦੇ ਹਾਂ ਕਿ ਇੱਥੋਂ ਕੌਣ ਜਿੱਤਦਾ ਹੈ। ਉਂਝ ਬੀਜੇਪੀ ਪੂਰਾ ਜ਼ੋਰ ਲਾ ਰਹੀ ਹੈ ਹਰਜੋਤ ਜੀ। ਬੀਜੇਪੀ ਦੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮੁਕਾਬਲਾ ਬਣਾਈਏ। ਰਾਜਾ ਵੜਿੰਗ ਦੀ ਕੋਸ਼ਿਸ਼ ਹੋਊਗੀ। ਰਾਜਾ ਵੜਿੰਗ ਨੇ ਚੈਲੰਜ ਵੀ ਕੀਤਾ ਕੁਝ ਦਿਨ ਪਹਿਲਾਂ ਕਿ ਚਾਹੇ ਜਾਖੜ ਸਾਹਿਬ ਆ ਜਾਣ, ਚਾਹੇ ਕੈਪਟਨ ਅਮਰਿੰਦਰ ਆ ਜਾਣ, ਫਿਰ ਮੈਂ ਵੀ ਚੋਣ ਲੜ ਲੂੰਗਾ। ਪਰ ਦਿਨ ਹੁਣ ਰਹਿ ਗਏ ਥੋੜੇ। ਕਾਂਗਰਸ ਕਿੱਥੋਂ ਚੋਣ ਲੜਾਏਗੀ, ਇਹ ਬੜਾ ਦਿਲਚਸਪ ਰਹੇਗਾ। ਉਹਨਾਂ ਨੇ ਆਪਣੇ ਵੱਡੇ ਆਗੂ ਕੇਵਲ ਢਿੱਲੋਂ ਸੀ ਇੱਕ ਕਾਂਗਰਸ ਦੇ, ਉਹਨਾਂ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰਤਾ ਸੀ। ਨਹੀਂ ਤਾਂ ਕੇਵਲ ਸਿੰਘ ਢਿੱਲੋਂ ਮੁਕਾਬਲਾ ਦੇ ਸਕਦੇ ਸੀ। ਪਿਛਲੀ ਵਿਧਾਨ ਸਭਾ ਚੋਣ ਦੇ ਵਿੱਚ ਉਹਨਾਂ ਦਾ ਚੰਗਾ ਪ੍ਰਭਾਵ ਉੱਥੇ ਦੇਖਿਆ ਜਾ ਰਿਹਾ ਸੀ, ਪਰ ਉਹਨਾਂ ਨੂੰ ਟਿਕਟ ਵੀ ਨਹੀਂ ਦਿੱਤੀ ਗਈ ਤੇ ਉਹਨਾਂ ਨੂੰ ਪਾਰਟੀ ਤੋਂ ਵੱਖ ਕਰਤਾ। ਔਰ ਸਿਮਰਨਜੀਤ ਸਿੰਘ ਮਾਨ, ਬੀਜੇਪੀ ਔਰ ਆਮ ਆਦਮੀ ਪਾਰਟੀ, ਇਹਨਾਂ ਦੇ ਵਿੱਚ ਵੀ ਮੁਕਾਬਲਾ ਹੋ ਸਕਦਾ ਹੈ। ਔਰ ਇਹ ਵੀ ਹੋ ਸਕਦਾ ਹੈ ਕਿ ਅਕਾਲੀ ਦਲ ਆਪ ਲੜੇ। ਇਹ ਵੀ ਹੋ ਸਕਦਾ ਹੈ ਕਿ ਅਕਾਲੀ ਦਲ ਸਮਰਥਨ ਕਰਦੇ ਕਿਸੇ ਧਿਰ ਨੂੰ। ਸਿਮਰਨਜੀਤ ਸਿੰਘ ਮਾਨ ਨੂੰ ਵੀ ਅਕਾਲੀ ਦਲ ਅਗਰ ਸਮਰਥਨ ਕਰਦੇ ਤੇ ਸੁਖਬੀਰ ਸਿੰਘ ਬਾਦਲ ਵੱਡਾ ਦਾਅ ਖੇਡ ਸਕਦੇ ਨੇ। ਉਂਝ ਵੀ ਜਿੱਦਣ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਸੀ, ਜਿਹੜੀ ਪੰਥਕ ਕਾਨਫਰੰਸ ਸੀ, ਉਹਦੇ ਵਿੱਚ ਗੋਡੀ ਹੱਥ ਲਾਏ ਸੀ, ਪੈਰੀ ਹੱਥ ਲਾਏ ਸੀ ਪ੍ਰਕਾਸ਼ ਆਪਣੇ ਸਿਮਰਨਜੀਤ ਸਿੰਘ ਮਾਨ ਦੇ ਬਾਦਲ। ਸਿਮਰਨਜੀਤ ਸਿੰਘ ਮਾਨ। ਸੋ ਕੁਝ ਵੀ ਹੋ ਸਕਦਾ ਹੈ। ਅਗਰ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕਰਦੇ ਤੇ ਫਿਰ ਇਹ ਜਿਹੜਾ ਮੁਕਾਬਲਾ ਹੈ 3 ਕੋਣੀ ਵੀ ਬਣ ਸਕਦਾ ਹੈ, 4 ਕੋਣੀ ਵੀ ਬਣ ਸਕਦਾ ਹੈ। ਅਗਰ ਅਕਾਲੀ ਦਲ ਵੱਖ ਲੜਿਆ, ਸਿਮਰਨਜੀਤ ਸਿੰਘ ਮਾਨ ਵੱਖ ਲੜੇ, ਬਾਕੀ ਸਿੱਖ ਧੜੇ ਅਲੱਗ ਲੜੇ, ਫਿਰ ਵੋਟ ਵੰਡੀ ਜਾਣੀ ਹੈ। ਫਿਰ ਮੈਨੂੰ ਲੱਗਦਾ ਜਿਹੜਾ ਮੁਕਾਬਲਾ ਹੈ ਉਹ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਵਿੱਚ ਰਹਿ ਸਕਦਾ ਹੈ। ਕਾਂਗਰਸ ਵੀ ਮੁਕਾਬਲੇ 'ਚ ਆ ਸਕਦੀ ਹੈ। ਬਾਕੀ ਸਿਆਸਤ ਹੈ ਹਰਜੋਤ ਜੀ। 7-8 ਦਿਨ ਪਹਿਲਾਂ ਵੀ ਜਿਹਦੀ ਹਵਾ ਚੱਲ ਗਈ ਉਹ ਵੀ ਜਿੱਤ ਸਕਦਾ। ਸੋ ਸਿਆਸਤ ਇਸ ਤਰ੍ਹਾਂ ਦੀ ਹੋਊਗੀ। ਬਿਲਕੁਲ ਸਹੀ ਤੁਸੀਂ ਕਿਹਾ। ਸੋ ਵਾਕਈ ਕਾਫੀ ਦਿਲਚਸਪ ਰਹਿਣ ਵਾਲੀ ਸੰਗਰੂਰ ਦੀ ਜ਼ਿਮਨੀ ਚੋਣ ਤੇ ਸਾਰਿਆਂ ਦੀ ਨਜ਼ਰ ਇੱਥੇ ਰਹਿਣਗੀ ਕਿ ਕਿਹੜੀ ਪਾਰਟੀ ਇਸ ਸਮੇਂ ਕਿਹੜਾ ਫੈਸਲਾ ਲੈਂਦੀ ਹੈ, ਕਿਉਂਕਿ ਜਿਵੇਂ ਤੁਸੀਂ ਸਭ ਪਾਰਟੀਆਂ ਦਾ ਵੇਰਵਾ ਵੀ ਦਿੱਤਾ ਕਿ ਕਿਸ ਦੀ ਕੀ ਸਥਿਤੀ ਚੱਲ ਰਹੀ ਹੈ। ਸੋ ਆਉਣ ਵਾਲਾ ਟਾਈਮ ਜ਼ਰੂਰ ਦੱਸੇਗਾ ਕਿ ਕਿਸ ਤਰ੍ਹਾਂ ਦਾ ਫੈਸਲਾ ਲੈਂਦੀਆਂ ਨੇ ਰਾਜਨੀਤਿਕ ਪਾਰਟੀਆਂ ਤਾਂ ਕਿ ਆਪਣਾ ਦਮਖਮ ਜੋ ਹੈ ਬਰਕਰਾਰ ਰੱਖ ਸਕਣ। ਸੋ ਆਮ ਆਦਮੀ ਪਾਰਟੀ ਲਈ ਵੀ ਆਪਣੇ ਤੌਰ ਤੇ ਇੱਕ ਬਹੁਤ ਵੱਡਾ ਚੈਲੰਜ ਰਹੇਗਾ ਇੱਥੋਂ ਆਪਣੀ ਸੀਟ ਜਿੱਤਣੀ ਸੰਗਰੂਰ ਤੋਂ। ਸੋ ਕਿਸ ਨੂੰ ਉਹ ਵੀ ਖੜਾ ਕਰਦੇ ਨੇ, ਇਹ ਵੀ ਬਹੁਤ ਦਿਲਚਸਪ ਰਹਿਣ ਵਾਲਾ, ਦੇਖਣ ਨੂੰ
ਰਹੇਗਾ। ਸੋ ਅੱਗੋਂ ਅਗਰ ਆਪਾਂ ਗੱਲ ਕਰੀਏ ਤਾਂ ਬਾਰ-ਬਾਰ ਗੱਲ ਜਦ ਆਉਂਦੀ ਹੈ ਕਿ ਭਗਵੰਤ ਮਾਨ ਦੇ ਇਸ ਫੈਸਲੇ ਤੇ ਜੋ ਸਿਹਤ ਮੰਤਰੀ ਨੂੰ ਹਟਾ ਦਿੱਤਾ ਗਿਆ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ, ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਸ਼ਲਾਘਾ ਕਰਦੇ ਨਜ਼ਰ ਆਏ ਨੇ ਤੇ ਉਹਨਾਂ ਨੇ ਵਧਾਈ ਵੀ ਦਿੱਤੀ ਹੈ ਭਗਵੰਤ ਮਾਨ ਨੂੰ, ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹ ਆਪਣੀ ਸਰਕਾਰ ਦੇ ਵਿੱਚ ਜਿਹੜੇ ਭ੍ਰਿਸ਼ਟ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਦੇ ਨਾਵਾਂ ਦੀ ਸੂਚੀ ਦੇਣ ਨੂੰ ਤਿਆਰ ਨੇ ਜਿਹੜੇ ਰੇਤੇ ਦੀ ਗੈਰ ਕਾਨੂੰਨੀ ਖੁਦਾਈ ਵਿੱਚ ਸ਼ਾਮਿਲ ਸੀ। ਪਰ ਸਵਾਲ ਦੇਖੋ ਇੱਥੇ ਚਲੋ ਇੱਕ ਚੰਗੀ ਗੱਲ ਹੈ ਕਿ ਅਮਰਿੰਦਰ ਸਿੰਘ ਜੋ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਸਹਿਯੋਗ ਦੇਣ ਲਈ ਤਿਆਰ ਨੇ, ਭਗਵੰਤ ਮਾਨ ਨੂੰ ਸਹਿਯੋਗ ਦੇਣ ਲਈ ਤਿਆਰ ਨੇ। ਪਰ ਸਵਾਲ ਤਾਂ ਇੱਥੇ ਇਹ ਆਉਂਦਾ ਕਿ ਜਦੋਂ ਖੁਦ ਮੁੱਖ ਮੰਤਰੀ ਸਨ, ਬਹੁਤ ਕੁਝ ਕਰ ਸਕਦੇ ਸੀ, ਉਦੋਂ ਉਹਨਾਂ ਨੇ ਇਸ ਨਾਵਾਂ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਜਿਨ੍ਹਾਂ ਦੇ ਨਾਮ ਹੁਣ ਜ਼ਾਹਿਰ ਕਰਨ ਲਈ ਤਿਆਰ ਨੇ? ਦੇਖੋ, ਦੋ ਚੀਜ਼ਾਂ ਨੇ। ਸੁਖਜਿੰਦਰ ਰੰਧਾਵਾ ਉਹਨਾਂ ਨੇ ਇੱਕ ਪੋਲੀਟੀਕਲ ਸਟੇਟਮੈਂਟ ਦਿੱਤੀ ਸੀ ਕਿ ਭਗਵੰਤ ਮਾਨ ਉਹਨਾਂ ਨੂੰ ਕੈਪਟਨ ਅਮਰਿੰਦਰ ਤੋਂ ਵੀ ਪੁੱਛ ਲੈਣਾ ਚਾਹੀਦਾ ਹੈ ਜੀ ਕਿ ਪਿਛਲੀ ਵਾਰੀ ਕੌਣ-ਕੌਣ ਅਜਿਹੇ ਸੀ ਜਿਨ੍ਹਾਂ ਤੇ ਸ਼ੱਕ ਜਾਂਦਾ ਹੈ। ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਗਰ ਭਗਵੰਤ ਮਾਨ ਮੈਨੂੰ ਪੁੱਛਣਗੇ ਤੇ ਮੈਂ ਦੱਸਣ ਲਈ ਤਿਆਰ ਹਾਂ। ਅਸਲ 'ਚ ਇਹ ਸਿਆਸਤ ਹੋ ਰਹੀ ਹੈ ਔਰ ਸਿਆਸੀ ਜਵਾਬਾਂ ਦੇ ਉੱਤਰ ਦਿੱਤੇ ਜਾ ਰਹੇ ਨੇ। ਹੁਣ ਗੱਲ ਦੇਖੋ, ਇਹ ਕੈਪਟਨ ਅਮਰਿੰਦਰ ਸਿੰਘ ਨੇ ਮੁਬਾਰਕਬਾਦ ਦਿੱਤੀ ਭਗਵੰਤ ਮਾਨ ਨੂੰ, ਔਰ ਜ਼ਰੂਰ ਸੋਚਦੇ ਹੋਣਗੇ ਕੈਪਟਨ ਅਮਰਿੰਦਰ ਕਿ ਭਗਵੰਤ ਮਾਨ ਨੂੰ ਜਿੰਨੀ ਪ੍ਰਸਿੱਧੀ ਮਿਲੀ, ਅਗਰ ਮੈਂ ਵੀ ਉਸ ਵੇਲੇ ਇੱਕ ਅੱਧਾ ਕੋਈ ਲੀਡਰ ਝਟਕਾ ਦਿੰਦਾ ਤੇ ਅੱਜ ਸਥਿਤੀਆਂ ਹੋਰ ਹੋਣੀਆਂ ਸੀ। ਚਲੋ ਕੈਪਟਨ ਅਮਰਿੰਦਰ ਨੇ ਉਹ ਨਹੀਂ ਕੀਤਾ। ਹੋ ਸਕਦਾ ਉਹਦੇ ਪਿੱਛੇ ਦੇਖੋ ਕਾਂਗਰਸ ਦੀ ਹਾਈ ਕਮਾਂਡ ਨੂੰ ਵੀ ਆਪਾਂ ਸਮਝਦੇ ਹਾਂ। ਕਾਂਗਰਸ ਦੀ ਹਾਈ ਕਮਾਂਡ ਇੰਨੀ ਛੇਤੀ ਕਿਸੇ ਨੂੰ ਖੁੱਲ ਨਹੀਂ ਦਿੰਦੀ। ਕੀ ਕੈਪਟਨ ਅਮਰਿੰਦਰ ਨੂੰ ਵੀ ਹਾਈ ਕਮਾਂਡ ਨੇ ਖੁੱਲ ਨਹੀਂ ਸੀ ਦਿੱਤੀ? ਇਹ ਸਵਾਲ ਆਪਣੇ ਆਪ 'ਚ ਵੱਡਾ ਹੈ। ਹਾਲਾਂਕਿ ਕੈਪਟਨ ਅਮਰਿੰਦਰ ਨੇ ਇੱਕ ਵਾਰ ਕਿਹਾ ਸੀ ਕਿ ਮੈਂ ਤਾਂ ਹਾਈ ਕਮਾਂਡ ਨੂੰ ਦੱਸੇ ਸੀ ਨਾਮ, ਮੈਨੂੰ ਉੱਪਰੋਂ ਕਾਰਵਾਈ ਕਰਨ ਦਾ ਇਸ਼ਾਰਾ ਨਹੀਂ ਹੋਇਆ। ਸੋ ਇਹ ਵੀ ਗੱਲ ਹੈ। ਪਰ ਇਹ ਕੈਪਟਨ ਅਮਰਿੰਦਰ ਨਾਮ ਲੈ ਦਿੰਦੇ ਨੇ, ਜੇ ਕੈਪਟਨ ਅਮਰਿੰਦਰ ਨਾਮ ਲੈ ਦਿੰਦੇ ਨੇ ਤੇ ਫਿਰ ਇਹ ਇੱਕ ਸਿਆਸੀ ਤੂਫਾਨ ਪੰਜਾਬ ਦੇ ਵਿੱਚ ਆਏਗਾ, ਕਿਉਂਕਿ ਫਿਰ ਦਬਾਅ ਬਣੇਗਾ ਭਗਵੰਤ ਮਾਨ ਤੇ ਵੀ ਕੀ ਭਗਵੰਤ ਮਾਨ ਕਾਰਵਾਈ ਕਰਨਗੇ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਫਿਰ ਇੱਕ ਗੱਲ ਹੋਰ ਹੋਏਗੀ, ਅਗਰ ਕੈਪਟਨ ਅਮਰਿੰਦਰ ਕੁਝ ਲੋਕਾਂ ਦੇ ਨਾਮ ਲੈਣਗੇ ਤਾਂ ਫਿਰ ਕੁਝ ਲੋਕ ਕੈਪਟਨ ਅਮਰਿੰਦਰ ਦਾ ਨਾਮ ਵੀ ਲੈ ਸਕਦੇ ਨੇ। ਫਿਰ ਕੁਝ ਲੋਕ ਇਹ ਵੀ ਕਹਿ ਸਕਦੇ ਨੇ ਕਿ ਸਿਟੀ ਸੈਂਟਰ ਮਾਮਲੇ ਨੂੰ ਦੁਬਾਰਾ ਖੋਲੋ, ਸਿਟੀ ਸੈਂਟਰ ਮਾਮਲੇ ਕਲੀਨ ਚਿੱਟ ਕਿਵੇਂ ਆ ਗਈ। ਫਿਰ ਲੋਕ ਕਈ ਤਰ੍ਹਾਂ ਦੇ ਸਵਾਲ ਕਰਨਗੇ, ਕਿਉਂਕਿ ਜਦੋਂ ਗੱਲ ਤੁਰਦੀ ਹੈ ਫਿਰ ਉਹ ਬੜੀ ਦੂਰ ਤੱਕ ਜਾਂਦੀ ਹੈ, ਫਿਰ ਉਹ ਨੇੜੇ ਤੇੜੇ ਨਹੀਂ ਰਹਿੰਦੀ, ਫਿਰ ਉਹ ਬੜੀ ਦੂਰ ਜਾਂਦੀ ਹੈ। ਇਸ ਕਰਕੇ ਬਿਆਨਾਂ 'ਚ ਗੱਲ ਸ਼ੁਰੂ ਹੋ ਗਈ ਕਿ ਇਹ ਗੱਲ ਬਿਆਨਾਂ ਤੱਕ ਸੀਮਤ ਰਹਿ ਜਾਏਗੀ ਜਾਂ ਭਗਵੰਤ ਮਾਨ ਜੀ ਕੈਪਟਨ ਅਮਰਿੰਦਰ ਨੂੰ ਪੁੱਛਣਗੇ। ਪਰ ਮੈਨੂੰ ਨਹੀਂ ਲੱਗਦਾ ਭਗਵੰਤ ਮਾਨ ਕੈਪਟਨ ਅਮਰਿੰਦਰ ਤੋਂ ਪੁੱਛਣਗੇ। ਹੋ ਵੀ ਸਕਦਾ ਪੁੱਛ ਲੈਣ, ਇਹ ਗੱਲ ਉਸ ਤੋਂ ਬਾਅਦ ਹੀ ਅੱਗੇ ਤੁਰਨੀ ਹੈ। ਨਹੀਂ ਤਾਂ ਇੱਕ ਦਿਨ ਦਾ 2 ਦਿਨ ਦਾ ਬਿਆਨ ਸੀ, ਅਖਬਾਰਾਂ 'ਚ ਛਪ ਗਈ, ਅਸੀਂ ਚਰਚਾ ਕਰ ਲਈ ਤੇ ਗੱਲ ਠੰਡੀ ਹੋ ਜਾਣੀ ਹੈ ਔਰ ਸਿਰਫ ਬਿਆਨ ਰਹਿ ਜਾਣਾ। ਜੀ ਪਰ ਜਿਵੇਂ ਆਪਾਂ ਦੇਖੀਏ ਕਿ ਭਗਵੰਤ ਮਾਨ ਪੂਰੀ ਤਰ੍ਹਾਂ ਐਕਟਿਵ ਮੋਡ ਵਿੱਚ ਨਜ਼ਰ ਆ ਰਹੇ ਨੇ ਤੇ ਲੱਗਦਾ ਹੈ ਕਿ ਉਹ ਬਿਲਕੁਲ ਵੀ ਹਿਚਕਿਚਾਹਟ ਮਹਿਸੂਸ ਨਹੀਂ ਕਰਨਗੇ ਕਿ ਉਹਨਾਂ ਦਾ ਵੀ ਜਲਦੀ ਹੀ ਬਿਆਨ ਹੋ ਸਕਦਾ ਹੈ ਆ ਹੀ ਜਾਵੇ ਟਵਿੱਟਰ ਤੇ ਜਾਂ ਸੋਸ਼ਲ ਮੀਡੀਆ ਤੇ ਜਲਦੀ ਆ ਜਾਵੇ ਕਿ ਉਹ ਪੁੱਛ ਰਹੇ ਹੋਣ, ਜਿਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹਾਂਜੀ ਮੈਂ ਪੁੱਛ ਰਿਹਾ ਤੇ ਦੱਸੋ। ਤੇ ਸਵਾਲ ਉੱਥੇ ਖੜਾ ਹੋਏਗਾ ਕਿ ਕੀ ਉਹ ਨਾਵਾਂ ਦੀ ਲਿਸਟ ਜੋ ਹੈ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤੀ ਜਾਏਗੀ। ਸੋ ਚਲੋ ਇਹ ਤਾਂ ਆਉਣ ਵਾਲੀ ਸਥਿਤੀ ਜੋ ਹੈ ਸਾਫ਼ ਜ਼ਰੂਰ ਕਰ ਦੇਗੀ। ਅਗਲੀ ਖਬਰ ਤੇ ਦਾ ਸਵਾਲ ਕੀਤਾ ਤੁਸੀਂ, $1 ਮਿਲੀਅਨ ਦਾ ਸਵਾਲ ਕੀਤਾ। ਅਗਰ ਇਹ ਕੁਝ ਹੋ ਗਿਆ ਤੇ ਬਹੁਤ ਵੱਡਾ ਸਿਆਸੀ ਉਲਟਫੇਰ ਪੰਜਾਬ 'ਚ ਹੋਏਗਾ। ਬਿਲਕੁਲ ਅਗਲੀ ਖਬਰ ਤੇ ਗੱਲ ਕਰੀਏ ਜੇਕਰ ਬੀਬੀ ਪਰਨੀਤ ਕੌਰ ਤੋਂ। ਸਾਡੇ ਪਟਿਆਲੇ ਵਿੱਚ ਬੀਬੀ ਪਰਨੀਤ ਕੌਰ ਨੂੰ ਮਹਾਰਾਣੀ ਪਰਨੀਤ ਕੌਰ ਦੇ ਤੌਰ ਤੇ ਹੀ ਸੰਬੋਧਨ ਕੀਤਾ ਜਾਂਦਾ ਹੈ, ਮਹਾਰਾਣੀ ਹੀ ਕਿਹਾ ਜਾਂਦਾ ਹੈ। ਸੋ ਉਹਨਾਂ ਨੇ ਆਪਣੇ ਮਹਾਰਾਣੀ ਵਾਲੇ ਤੇਵਰ ਵਿੱਚ ਚੈਲੰਜ ਕਰ ਦਿੱਤਾ ਖੁੱਲਾ ਰਾਜਾ ਵੜਿੰਗ ਨੂੰ, ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ। ਤੇ ਇੱਕ ਬਿਆਨ ਆਇਆ ਸੀ ਰਾਜਾ ਵੜਿੰਗ ਦਾ, ਜਿਸ ਵਿੱਚ ਉਹ ਕਹਿੰਦੇ ਨਜ਼ਰ ਆਏ ਸੀ ਕਿ ਬੀਬੀ ਪਰਨੀਤ ਕੌਰ ਕਾਂਗਰਸ ਦਾ ਹਿੱਸਾ ਨਹੀਂ ਨੇ ਹੁਣ, ਹਨਾ। ਤੇ ਉਸ ਦੇ ਉੱਪਰ ਜੋ ਹੈ ਬੜੇ ਹੀ ਤਲਖੀ ਦੇ ਨਾਲ ਖੁੱਲਾ ਚੈਲੰਜ ਕਰਦੇ ਹੋਏ ਹੁਣ ਬੀਬੀ ਪਰਨੀਤ ਕੌਰ ਦਾ ਬਿਆਨ ਆਇਆ ਕਿ ਰਾਜਾ ਵੜਿੰਗ ਕੋਈ ਨਹੀਂ ਹੁੰਦੇ, ਪਾਰਟੀ ਹਾਈ ਕਮਾਨ ਤੈਅ ਕਰੇਗੀ, ਉਹਨਾਂ ਦਾ ਫੈਸਲਾ ਹੀ ਸਿਰਮੌਰ ਹੋਏਗਾ ਤੇ ਮੈਂ ਕਾਂਗਰਸ ਵਿੱਚ ਸੀ ਤੇ ਕਾਂਗਰਸ ਵਿੱਚ ਹੀ ਹਾਂ। ਦੇਖੋ, ਇਸ ਬਿਆਨ ਦੇ ਨਾਲ ਰਾਜਾ ਵੜਿੰਗ ਉਹਨਾਂ ਨੂੰ ਇੱਕ ਚੁਣੌਤੀ ਇਹ ਹੈ ਵੀ ਹੁਣ ਰਾਜਾ ਵੜਿੰਗ ਕੀ ਬਿਆਨ ਦੇਣਗੇ ਜੀ। ਕਿਉਂਕਿ ਦੇਖੋ, ਰਾਜਾ ਵੜਿੰਗ ਹੁਣੀ ਜਿੱਦਣ ਪ੍ਰਧਾਨ ਬਣੇ ਉਹਨਾਂ ਦਾ ਮੈਂ ਭਾਸ਼ਣ ਸੁਣਿਆ, ਉਹਨਾਂ ਨੇ ਡਿਸਪਲਿਨ ਦੀ ਗੱਲ ਕੀਤੀ, ਡਾਇਲੌਗ ਦੀ ਗੱਲ ਕੀਤੀ। ਪਰ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਗਏ ਉਦੋਂ ਅਸੀਂ ਕਾਂਗਰਸ ਦਾ ਡਿਸਪਲਿਨ ਇੱਕ ਵਾਰੀ ਫਿਰ ਦੇਖ ਲਿਆ। ਬਿਲਕੁਲ। ਉਸ ਤੋਂ ਬਾਅਦ ਰਾਜਾ ਵੜਿੰਗ ਜੀ ਦਾ ਕੋਈ ਬਿਆਨ ਨਹੀਂ ਆਇਆ। ਹਾਂ,
ਉਸ ਤੋਂ ਪਹਿਲਾਂ ਜਦੋਂ ਪਟਿਆਲਾ ਗਏ ਸੀ ਇੱਕ ਵਾਰੀ ਰਾਜਾ ਵੜਿੰਗ ਜੀ, ਉਹਨਾਂ ਨੇ ਕਿਹਾ ਸੀ ਪਟਿਆਲਾ ਗਏ ਸੀ ਜਾਂ ਕਿਸੇ ਹੋਰ ਜਗ੍ਹਾ ਵੀ ਗਏ ਸੀ, ਇਹ 7/5/22 ਦਾ ਬਿਆਨ ਸੀ, ਇੱਕ 7/5/22 ਦਾ ਬਿਆਨ ਸੀ, ਮੈਂ ਇੱਕ ਟੈਲੀਵਿਜ਼ਨ ਚੈਨਲ ਤੇ ਸੁਣਿਆ। ਉਹਦੇ ਚ ਰਾਜਾ ਵੜਿੰਗ ਜੀ ਕਹਿੰਦੇ ਸੀ ਬੀਬੀ ਪ੍ਰਨੀਤ ਕੌਰ ਹੁਣ ਕਾਂਗਰਸ ਦਾ ਹਿੱਸਾ ਨਹੀਂ ਹੈ। ਪੱਤਰਕਾਰਾਂ ਨੇ ਕਈ ਵਾਰ ਸਵਾਲ ਪੁੱਛਿਆ, ਰਾਜਾ ਵੜਿੰਗ ਜੀ ਨੇ ਕਈ ਵਾਰ ਕਿਹਾ ਕਿ ਉਹ ਕਾਂਗਰਸ ਦਾ ਹਿੱਸਾ ਨਹੀਂ ਹੈ, ਪਰ ਬੀਬੀ ਪ੍ਰਨੀਤ ਕੌਰ ਕੱਲ ਕਹਿੰਦੇ ਕਿ ਮੈਂ ਕਾਂਗਰਸ ਦਾ ਹੀ ਹਿੱਸਾ, ਕਾਂਗਰਸ ਦੀ MP ਆ, ਮੈਂ ਰਿਪਰੈਜ਼ੈਂਟ ਕਰ ਰਹੀ ਹਾਂ ਪਾਰਲੀਮੈਂਟ ਨੂੰ, ਮੇਰੇ ਤੇ ਅਗਰ ਕੋਈ ਵੀ ਸਵਾਲ ਜਵਾਬੀ ਹੈ ਤੇ ਹਾਈ ਕਮਾਂਡ ਹੈ, ਔਰ ਉਹ ਕਹਿੰਦੇ ਮੈਂ ਕਾਂਗਰਸੀ ਹਾਂ। ਹੁਣ ਇਹਦੇ ਨਾਲ ਕੀ ਹੋਣਾ ਹੈ? ਹੁਣ ਜਦੋਂ ਰਾਜਾ ਵੜਿੰਗ ਜੀ ਅੱਜ ਕਿਤੇ ਪੱਤਰਕਾਰਾਂ ਨੂੰ ਮਿਲ ਗਏ, ਅੱਜ ਪੱਤਰਕਾਰਾਂ ਨੇ ਰਾਜਾ ਵੜਿੰਗ ਜੀ ਨੂੰ ਫੇਰ ਇਹ ਸਵਾਲ ਪੁੱਛਣਾ ਕਿ ਵੜਿੰਗ ਸਾਹਿਬ ਤੁਸੀਂ ਕਹਿੰਦੇ ਸੀ ਉਹ ਕਾਂਗਰਸ ਚ ਨਹੀਂ, ਤੇ ਬੀਬੀ ਪ੍ਰਨੀਤ ਕੌਰ ਕਹਿੰਦੇ ਮੈਂ ਤਾਂ ਕਾਂਗਰਸ ਚ ਹੀ ਹਾਂ। ਇਹਦਾ ਮਤਲਬ ਇਹ ਹੈ ਕਿ ਜਿਹੜਾ ਕਾਂਗਰਸ ਦਾ ਜਿਹੜਾ ਅੰਦਰੂਨੀ ਕਾਟੋ ਕਲੇਸ਼ ਹੈ ਉਹ ਉਸੇ ਤਰ੍ਹਾਂ ਜਾਰੀ ਹੈ। ਨਵਜੋਤ ਸਿੰਘ ਸਿੱਧੂ ਭਾਵੇਂ ਜੇਲ੍ਹ ਚਲੇ ਗਏ ਨੇ, ਕਿਉਂਕਿ ਪਹਿਲਾਂ ਇਲਜ਼ਾਮ ਇਹ ਸੀ ਵੀ ਨਵਜੋਤ ਸਿੰਘ ਸਿੱਧੂ ਬਿਆਨਬਾਜ਼ੀ ਕਰਦੇ ਨੇ, ਪਰ ਹੁਣ ਨਵਜੋਤ ਸਿੰਘ ਸਿੱਧੂ ਨਹੀਂ ਹੈ। ਸੋ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਇਹ ਬਿਆਨ ਹੋਰ ਅੱਗੇ ਵਧਣਗੇ, ਇਹ ਬਿਆਨ ਅੱਗੇ ਵਧਣਗੇ, ਇਹ ਬਿਆਨ ਮੈਨੂੰ ਰੁਕਣ ਵਾਲੇ ਨਹੀਂ ਲੱਗ ਰਹੇ। ਜੀ ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਅਸੀਂ ਵੈਸੇ ਵੀ ਦੇਖਦੇ ਹਾਂ ਕਿ ਜੋ ਸਿਆਸਤ ਹੈ ਬਿਆਨਾਂ ਦੇ ਉੱਪਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਚੱਲਦੀ ਹੈ। ਸੋ ਕੀ ਅੱਗੋਂ ਹੁਣ ਰਾਜਾ ਵੜਿੰਗ ਦਾ ਇਸ ਉੱਪਰ ਪ੍ਰਤੀਕਿਰਿਆ ਆਉਂਦੀ ਹੈ ਉਹ ਵੀ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਚੱਲੇਗਾ। ਹਾਲਾਂਕਿ ਬਹੁਤ ਇਸ ਸਮੇਂ ਲੋੜ ਹੈ ਪੰਜਾਬ ਵਿੱਚ, ਜੋ ਸਥਿਤੀ ਕਾਂਗਰਸ ਦੀ ਬਣਦੀ ਜਾ ਰਹੀ ਹੈ ਇਸ ਸਮੇਂ। ਅਗਰ ਅਸੀਂ ਪ੍ਰਧਾਨ ਦੀ ਗੱਲ ਕਰ ਲਈਏ ਰਾਜਾ ਵੜਿੰਗ, ਸੋ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਕਿ ਜਿੰਨੇ ਵੀ ਹੁਣ ਬਚੇ ਹੋਏ ਕਾਂਗਰਸੀ ਨੇ ਜਾਂ ਜਿੰਨੇ ਕਿ ਵਿਸ਼ਵਾਸ ਕਰਨ ਵਾਲੇ ਲੋਕ ਬਚੇ, ਉਹਨਾਂ ਨੂੰ ਮਜ਼ਬੂਤੀ ਦੇ ਨਾਲ ਪਾਰਟੀ ਦੇ ਨਾਲ ਜੋੜ ਕੇ ਰੱਖਿਆ ਜਾਏ, ਨਾ ਕਿ ਪਾਰਟੀ ਨੂੰ ਥੋੜਾ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਇਸ ਤਰ੍ਹਾਂ ਦੇ ਬਿਆਨਾਂ ਦੇ ਨਾਲ ਪਾਰਟੀ ਦੇ ਜੁੜੇ ਲੋਕ ਟੁੱਟਦੇ ਹੀ ਨੇ, ਜੁੜਦੇ ਨਹੀਂ ਹੈ। ਬਿਲਕੁਲ ਵੱਡੇ ਲੀਡਰ ਜਾ ਰਹੇ ਨੇ, ਕੱਲ ਕਪਿਲ ਸਿੱਬਲ ਚਲੇ ਗਏ, ਸੁਨੀਲ ਜਾਖੜ ਚਲੇ ਗਏ, ਸੋ ਹੋਰ ਵੀ ਕਈ ਕਾਉਂਸਲਰ ਪਾਰਟੀ ਛੱਡ ਗਏ, ਕਈ ਵਲੰਟੀਅਰ ਪਾਰਟੀ ਛੱਡ ਗਏ, ਦੂਸਰੇ ਪਾਸੇ ਚਲੇ ਗਏ। ਸੋ ਕਾਂਗਰਸ ਖੁਰ ਰਹੀ ਹੈ। ਰਾਜਾ ਵੜਿੰਗ ਤੇ ਵੱਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਵਿੱਚ ਕਾਂਗਰਸ ਨੂੰ ਸਾਂਭਣ ਦੀ, ਕਾਂਗਰਸ ਨੂੰ ਰੋਕਣ ਦੀ। ਜੀ ਬਿਲਕੁਲ ਬਿਲਕੁਲ। ਸੋ ਨਵੇਂ ਕੰਮ ਜੋ ਕਰਦੇ ਨੇ ਭਗਵੰਤ ਮਾਨ, ਉਹਨਾਂ ਦੀ ਸ਼ਲਾਘਾ ਵੀ ਕੀਤੀ ਜਾਂਦੀ ਹੈ। ਇੱਕ ਹੋਰ ਸ਼ਲਾਘਾਯੋਗ ਕਦਮ ਉਹਨਾਂ ਨੇ ਚੱਕਿਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਰਕਾਰੀ ਨੌਕਰੀ ਦੀਆਂ ਪ੍ਰੀਖਿਆਵਾਂ ਹੋਣਗੀਆਂ, ਪਹਿਲੀ ਤਾਂ ਗੱਲ ਉਹ ਪੰਜਾਬੀ ਭਾਸ਼ਾ ਵਿੱਚ ਹੀ ਹੋਣਗੀਆਂ, ਦੂਜੀ ਗੱਲ ਜਿਹੜੇ ਪ੍ਰੀਖਿਆਰਥੀ ਨੇ ਉਹਨਾਂ ਦੇ ਪੰਜਾਬੀ ਭਾਸ਼ਾ ਵਿੱਚ 50% ਨੰਬਰ ਹੋਣੇ ਲਾਜ਼ਮੀ ਹੋਣੇ ਚਾਹੀਦੇ ਨੇ, ਤਾਂ ਕਿ ਉਹ ਸਰਕਾਰੀ ਨੌਕਰੀ ਦੇ ਲਈ ਪ੍ਰੀਖਿਆ ਦੇ ਸਕਣ ਜਾਂ ਨੌਕਰੀ ਲੈ ਸਕਣ। ਜੀ ਦੇਖੋ 26,454 ਅਸਾਮੀਆਂ ਦੇ ਲਈ ਜਿਹੜੀ ਭਰਤੀ ਪ੍ਰਕਿਰਿਆ, ਭਰਤੀ ਮੁਹਿੰਮ ਹੈ ਉਹ ਸ਼ੁਰੂ ਕੀਤੀ ਗਈ ਹੈ ਸਰਕਾਰ ਵੱਲੋਂ। ਹੁਣ ਉਹਦੇ ਵਿੱਚ ਜਿਹੜੇ ਸਾਡੇ ਐਪਲੀਕੈਂਟ ਨੇ, ਜਿਹੜੇ ਵੀ ਅਪਲਾਈ ਕਰਨਗੇ, ਉਹ ਭਰਤੀ ਪ੍ਰੀਖਿਆ ਤੋਂ ਇਲਾਵਾ ਪੰਜਾਬੀ ਯੋਗਤਾ ਪ੍ਰੀਖਿਆ ਦੇ ਵਿੱਚ ਘੱਟੋ ਘੱਟ 50% ਅੰਕ ਉਹਨਾਂ ਨੂੰ ਲੈਣੇ ਪੈਣਗੇ। ਸੋ ਪੰਜਾਬੀ ਦਾ ਇਮਤਿਹਾਨ ਹੋਊਗਾ, 50% ਨੰਬਰ ਉਹ ਵੀ ਲੈਣੇ ਪੈਣਗੇ। ਸੋ ਦੇਖੋ ਇਹਦੇ ਨਾਲ ਪੰਜਾਬੀ ਭਾਸ਼ਾ ਦਾ ਰੁਤਬਾ ਇਹਦੇ ਨਾਲ ਬਹਾਲ ਹੁੰਦਾ ਹੈ, ਔਰ ਕਿਸੇ ਵੀ ਸੂਬੇ ਚੋਂ ਕੋਈ ਇਹਨਾਂ ਟੈਸਟਾਂ ਚ ਆਉਣਾ ਚਾਹਵੇ ਤੇ ਉਹਨੂੰ ਪੰਜਾਬੀ ਸਿੱਖਣੀ ਪੈਣੀ ਹੈ। ਸੋ ਪੰਜਾਬੀ ਭਾਸ਼ਾ ਲਾਜ਼ਮੀ ਹੈ। ਖੁਸ਼ੀ ਦੀ ਗੱਲ ਹੈ, ਇਹ ਚੰਗਾ ਫੈਸਲਾ ਹੈ। ਕੱਲ ਮਨਜਿੰਦਰ ਸਿਰਸਾ ਨੇ ਵੀ ਇਹ ਗੱਲ ਚੱਕੀ ਸੀ ਕਿ ਜਿਹੜੇ ਉਹਨਾਂ ਨੇ ਜ਼ਿਕਰ ਕੀਤਾ ਸੀ PPSC ਦਾ, ਕਿ ਪੰਜਾਬੀ ਉੱਥੇ ਵੀ ਜਿਹੜੀ ਹੈ ਲਾਜ਼ਮੀ ਹੋਣੀ ਚਾਹੀਦੀ ਹੈ। ਸੋ ਇਹ ਚੰਗਾ ਫੈਸਲਾ ਕੀਤਾ ਭਗਵੰਤ ਮਾਨ ਨੇ, ਖੁੱਲੇ ਦਿਲ ਨਾਲ ਇਹਦਾ ਸਵਾਗਤ ਕਰਨਾ ਚਾਹੀਦਾ। ਜੀ ਬਿਲਕੁਲ। ਸੋ ਅੱਜ ਆਪਾਂ ਕਈ ਖਾਸ ਖਬਰਾਂ ਦੇ ਉੱਪਰ ਚਰਚਾ ਕੀਤੀ ਹੈ, ਖਾਸ ਤੌਰ ਤੇ ਸੰਗਰੂਰ ਜ਼ਿਮਨੀ ਚੋਣ ਦੀ। ਇੱਕ ਵਾਰ ਫਿਰ ਅਗਰ ਮੈਂ ਗੱਲ ਕਰਾਂ 23 ਜੂਨ ਨੂੰ ਹੋਣ ਜਾ ਰਹੀ ਹੈ, ਸੋ ਸਭ ਦੀਆਂ ਨਜ਼ਰਾਂ ਉਸਦੇ ਉੱਪਰ ਰਹਿਣਗੀਆਂ ਹੀ ਕਿ ਕਿਹੜੀ ਪਾਰਟੀ ਕਿਸ ਤਰੀਕੇ ਨਾਲ, ਕਿਹੜੀ ਰਣਨੀਤੀ ਨਾਲ ਅੱਗੇ ਵਧੇਗੀ ਤੇ ਕੌਣ ਉਸਦੇ ਉੱਪਰ ਆਪਣਾ ਕਬਜ਼ਾ ਸੰਗਰੂਰ ਦੀ ਸੀਟ ਦੇ ਉੱਪਰ ਕਰ ਸਕੇਗਾ। ਸੋ ਜੋ ਆਉਣ ਵਾਲੇ ਸਮੇਂ ਵਿੱਚ ਤਸਵੀਰ ਸਾਫ਼ ਹੋਏਗੀ ਤੇ ਕੀ ਸਿਆਸੀ ਸਮੀਕਰਨ ਬਣਦੇ ਨੇ, ਉਸਦੀ ਅਸੀਂ ਜਾਣਕਾਰੀ ਜੋ ਹੈ, ਵਿਸ਼ਲੇਸ਼ਣ ਜੋ ਹੈ, ਹਮੇਸ਼ਾ ਹੀ ਸੁਰਿੰਦਰ ਡੱਲਾ ਜੀ ਤੋਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਵਾਂਗੇ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਦਰਸ਼ਕਾਂ ਦਾ, ਜਿਹੜੇ ਸਾਡੇ ਨਾਲ ਜੁੜਦੇ ਨੇ ਇਸ ਪ੍ਰੋਗਰਾਮ ਵਿੱਚ, ਆਪਣੇ ਵਿਚਾਰ ਜੋ ਹੈ ਕਮੈਂਟ ਜ਼ਰੀਏ ਸਾਡੇ ਤੱਕ ਪਹੁੰਚਾਉਂਦੇ ਨੇ। ਤੇ ਡੱਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਇਹ ਸਾਰੀ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਲਈ ਤੁਸੀਂ ਸਾਡੇ ਨਾਲ ਜੁੜਦੇ ਹੋ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਹਰਜੋਤ ਜੀ।